ਪੰਦੇਰ ਸਾਹਿਬ, ਭਾਰਤ ਦੇ ਬਹੁਤ ਸਾਰੇ ਬੱਚੇ ਸਟੂਡੈਂਟਸ ਯੂਕਰੇਨ ਦੇ ਵਿੱਚ ਉੱਥੇ ਪੜ੍ਹਨ ਜਾਂਦੇ ਨੇ ਮੈਡੀਕਲ ਸਟੱਡੀਜ਼ ਦੇ ਲਈ। ਉੱਥੇ ਹੁਣ ਜੋ ਸਥਿਤੀ ਬਣੀ ਹੈ, ਜੰਗ ਲੱਗੀ ਹੋਈ ਹੈ, ਬਹੁਤ ਸਾਰੇ ਭਾਰਤੀ ਸਟੂਡੈਂਟਸ ਉੱਥੇ ਫਸੇ ਹੋਏ ਨੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਸ ਭਾਰਤ ਦੇ ਵਿੱਚ ਹੁਣ ਬਹੁਤ ਚਿੰਤਤ ਨੇ ਅਤੇ ਜਿਉਂ-ਜਿਉਂ ਸਮਾਂ ਲੰਘਦਾ ਜਾ ਰਿਹਾ ਉੱਥੇ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਪੇਰੈਂਟਸ ਦੀ ਐਂਗਜ਼ਾਇਟੀ ਵੀ ਵੱਧਦੀ ਜਾ ਰਹੀ ਹੈ। ਸੋ ਕੀ ਸਥਿਤੀ ਹੈ ਜੀ ਇਸ ਵੇਲੇ ਭਾਰਤ ਵਿੱਚ? ਵਾਸੂ ਜੀ, ਜਿਹੜੀਆਂ ਦੋ ਖਬਰਾਂ ਕੱਲ ਸੋਸ਼ਲ ਮੀਡੀਆ ਤੇ ਵੀ ਚੱਲੀਆਂ ਤੇ ਅੱਜ ਫਿਰ ਸਾਰੀਆਂ ਨਿਊਜ਼ ਚੈਨਲ ਤੇ ਵੀ ਚੱਲੀਆਂ, ਅੱਜ ਅਖਬਾਰਾਂ ਦੇ ਵਿੱਚ ਵੀ ਕਾਫੀ ਵੱਡੀਆਂ ਸੁਰਖੀਆਂ ਬਣੀਆਂ ਨੇ। ਉਹ ਤਾਂ ਇੱਕ ਤਾਂ ਹੈ ਜੀ ਕਿ ਕਰਨਾਟਕਾ ਦੇ ਜਿਹੜੇ ਨਵੀਨ ਸ਼ੇਖਰੱਪਾ, ਜਿਹੜੇ ਫਾਈਨਲ ਈਅਰ ਦੇ ਸਟੂਡੈਂਟ ਸੀ, ਉਹ ਉੱਥੇ ਖਾਰਕੀਵ ਦੇ ਵਿੱਚ ਆਪਣੇ ਸਾਥੀਆਂ ਵਾਸਤੇ ਕੁਝ ਗਰੋਸਰੀਜ਼ ਲੈਣ ਗਏ ਸੀ ਜੋ ਬੰਕਰ ਦੇ ਵਿੱਚ ਸੀ। ਉੱਥੇ ਹੁਣ ਇਹ ਨਹੀਂ ਸਾਫ਼ ਹੋ ਰਿਹਾ ਕਿ ਸ਼ੈਲਿੰਗ ਹੋਈ ਹੈ ਕਿ ਰਸ਼ੀਅਨ ਸੋਲਜਰਸ ਨੇ ਉੱਥੇ ਆ ਕੇ ਫਾਇਰਿੰਗ ਕੀਤੀ ਹੈ। ਉਹਦੇ 'ਚ ਉਹਦੀ ਮੌਤ ਹੋ ਗਈ ਔਰ ਦੋ ਕਰਨਾਟਕਾ ਦੇ ਹੋਰ ਵੀ ਜਿਹੜੇ ਸਟੂਡੈਂਟ ਸੀ ਉਹਦੇ 'ਚ ਇੰਜਰ ਹੋਏ ਆ। ਜਿਹੜੀ ਕਰਨਾਟਕਾ ਦੇ ਚੀਫ ਮਿਨਿਸਟਰ ਬਾਸਾਵਾਰਾਜ ਬੋਮਈ ਨੇ ਜੋ ਕਿਹਾ, ਬੋਮਈ ਜਿਸ ਨੂੰ ਕਹਿੰਦੇ ਆ, ਉਹਨਾਂ ਨੇ ਕਿਹਾ ਜੀ ਇਹ ਹੈਗੀ ਆ। ਔਰ ਜਿਹੜੀ ਕਰਨਾਟਕਾ ਸਰਕਾਰ ਹੈ ਉਹਨਾਂ ਜਿਹੜੇ ਆਪਣੇ ਇਹਦੀ ਨਵੀਨ ਦੀ ਬੋਡੀ ਔਰ ਜਿਹੜੇ ਇੰਜਰਡ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਨਵੀਨ ਸ਼ੇਖਰੱਪਾ ਦੇ ਫਾਦਰ ਦੇ ਨਾਲ ਗੱਲ ਕੀਤੀ ਔਰ ਆਪਣੀਆਂ ਕੰਡੋਲੈਂਸਿਸ ਉਹਨਾਂ ਨਾਲ ਆਫਰ ਕੀਤੀਆਂ ਨੇ। ਸਾਰੇ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਇਸ ਗੱਲ ਦਾ ਅਫਸੋਸ ਮਨਾਇਆ। ਯੂਕਰੇਨ ਦੇ ਅੰਬੈਸਡਰ ਜਿਹੜੇ ਇੰਡੀਆ 'ਚ ਨੇ, ਇਗੋਰ ਪੋਲਿਖਾ, ਉਹਨਾਂ ਨੇ ਵੀ ਇਸ ਗੱਲ ਦੀ ਜਿਹੜੀ ਸੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਗਏ ਸੀ, ਜਾ ਕੇ ਉੱਥੇ ਆਪਣੀਆਂ ਇਹ ਜਿਹੜਾ ਅਫਸੋਸ ਆ ਜ਼ਾਹਿਰ ਕੀਤਾ। ਪਰ ਨਾਲ ਦੀ ਨਾਲ ਇੱਕ ਹੋਰ ਖਬਰ ਆਈ ਹੈ ਕਿ 10 ਪੰਜਾਬੀ ਸਟੂਡੈਂਟ ਜਿਹੜੇ ਸੀ ਉਹਨਾਂ ਦਾ ਬਹੁਤ ਨੈਰੋ ਐਸਕੇਪ ਹੋਇਆ। ਉਹ ਖਾਰਕੀਵ ਦੇ ਵਿੱਚ ਉਹਨਾਂ ਨੇ 2 ਟੈਕਸੀਆਂ ਹਾਇਰ ਕੀਤੀਆਂ ਕਾਫੀ ਪੈਸੇ ਦੇ ਕੇ, ਔਰ ਉਹ ਕਹਿੰਦੇ ਜੀ ਉਹ ਜਦੋਂ ਨਿਕਲੇ ਉਸੇ 5 ਮਿੰਟਾਂ ਬਾਅਦ ਉਸੇ ਬਿਲਡਿੰਗ ਦੇ ਉੱਤੇ ਸ਼ੈਲਿੰਗ ਹੋ ਗਈ ਤੇ ਔਰ ਉਹ ਬਹੁਤ ਜ਼ੋਰ ਦੇ ਧਮਾਕੇ ਉਹਨਾਂ ਨੂੰ ਸੁਣਨ ਨੂੰ ਮਿਲਿਆ ਤੇ ਉਹ ਹਿੱਲ ਗਿਆ ਸਾਰੇ ਦਾ ਸਾਰਾ ਇਲਾਕਾ। ਤੋ ਇਹ ਤਾਂ ਹੋਇਆ ਹੀ ਹੋਇਆ। ਫਿਰ ਕਪੂਰਥਲਾ ਦੇ ਇੱਕ ਹੋਰ ਸੀਗੇ ਜੀ, ਉਹਨਾਂ ਦੀ ਜਿਹੜੀ ਮਦਰ ਹੈ ਮੋਨਿਕਾ ਬਤਰਾ, ਉਹ ਕਹਿ ਰਹੀ ਕਿ ਉਹਨਾਂ ਦੀ ਬੇਟੀ ਨਿਕਲਣਾ ਚਾਹੁੰਦੀ ਸੀ ਪਰ ਜਦੋਂ ਔਰ ਇਹ ਕਹਿੰਦੇ ਸ਼ੈਲਿੰਗ ਉਦੋਂ ਹੋਈ ਜਦੋਂ ਕਰਫਿਊ ਰਿਲੈਕਸ ਕੀਤਾ ਲੋਕਲ ਅਥਾਰਟੀਜ਼ ਨੇ। ਤੇ ਇਹ ਸਾਰੇ ਦਾ ਸਾਰੇ ਉਹਦੀ ਮੋਨਿਕਾ ਬਤਰਾ ਦੀ ਬੇਟੀ ਹੈ, ਉਹ ਕਪੂਰਥਲਾ ਦੇ ਰੈਜ਼ੀਡੈਂਟ ਹੈ, ਉਹ ਉੱਥੇ ਨਹੀਂ ਨਿਕਲ ਸਕੇ। ਸੋ ਇਹ ਸਾਰੀਆਂ ਖਬਰਾਂ ਹੋਰ ਆ ਰਹੀਆਂ ਨੇ ਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੁਜ਼ਾਹਰੇ ਵੀ ਹੋਏ। ਬਹੁਤ ਸਾਰੇ ਸਟੂਡੈਂਟ ਕੋਈ 2000 ਦੀ ਗੱਲ ਕਹਿ ਰਹੇ ਆ, ਕੋ ਹੁਣ ਇਹ ਕਹਿ ਰਹੇ ਕਿ 150 ਸਟੂਡੈਂਟ ਜਿਹੜਾ ਹੈ ਉਹ ਖਾਰਕੀਵ 'ਚ ਹਾਲੇ ਵੀ ਫਸਿਆ ਹੈ। 150 ਟ੍ਰੇਨ ਚਲੀ ਦੇ ਵਿੱਚ ਹੋ ਗਏ, ਬੋਰਡ ਹੋ ਗਏ, ਪਰ ਬਹੁਤ ਸਾਰੇ ਫਸੇ ਹੋਏ ਨੇ, ਕੁਝ ਪੋਲੈਂਡ ਪਹੁੰਚ ਗਏ। ਸੋ ਜਿਹੜੀ ਇੱਕ ਲੈਕ ਆਫ ਇਨਫੋਰਮੇਸ਼ਨ ਦਾ ਫਲੋ ਆ ਪੂਰਾ ਦਾ ਪੂਰਾ। ਬੇਸ਼ੱਕ ਭਾਰਤ ਦੀ ਸਰਕਾਰ ਇਹ ਵੀ ਕਹਿ ਰਹੀ ਆ, ਰੂਸ ਨੂੰ ਤੇ ਯੂਕਰੇਨ ਨੂੰ ਦੋਨੋਂ ਅਥਾਰਟੀਜ਼ ਦੇ ਨਾਲ ਕਾਫੀ ਰਾਬਤਾ ਭਾਰਤ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਸਾਡਾ ਰਾਬਤਾ ਕਾਇਮ ਹੋ ਰਿਹਾ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਵਾਸਤੇ ਸੇਫ ਪੈਸੇਜ ਮੰਗ ਰਹੇ। ਪਰ ਇਹਦੇ ਨਾਲ ਇਸ ਗੱਲਾਂ ਨਾਲ ਕਿਉਂਕਿ ਕਾਫੀ ਦੇਰ ਦੀ ਜਿਸ ਤਰ੍ਹਾਂ ਹੁਣ ਯੁੱਧ ਇਹ ਸੋਚਿਆ ਜਾ ਰਿਹਾ ਸੀ ਕਿ ਰੂਸ ਦੇ ਸਾਹਮਣੇ ਯੂਕਰੇਨ ਟਿਕੇਗਾ ਨਹੀਂ, ਪਰ ਯੂਕਰੇਨ ਨੇ ਆਪਣੀ ਜਿਸ ਤਰ੍ਹਾਂ ਰੈਜ਼ਿਸਟੈਂਸ ਦਿਖਾਈ ਆ, ਬੇਸ਼ੱਕ ਉਸਦੇ ਕੋਲ ਕੋਈ ਜ਼ਿਆਦਾ ਸਪੋਰਟ ਨਹੀਂ ਹੈ ਕਿਸੇ ਇੰਟਰਨੈਸ਼ਨਲ ਲੈਵਲ ਤੇ, ਔਰ ਜੋ ਲੈਵਲ ਤੇ ਰੈਜ਼ਿਸਟੈਂਸ ਦਿਖਾਈ ਗਈ ਹੈ ਇਹਦੇ 'ਚ ਹੁਣ ਮੰਨਿਆ ਜਾਂਦਾ ਕਿ ਰੂਸ ਆਪਣੀਆਂ ਹੋਰ ਜ਼ੋਰ ਲਗਾਏਗਾ। ਹਾਂਜੀ, ਮੈਂ ਕਹਿ ਰਿਹਾ ਕਿ ਬੇਸ਼ੱਕ ਬਹੁਤ ਪ੍ਰੈਸ਼ਰ ਹੈ। 20,000 ਸਟੂਡੈਂਟ ਦੇ ਆਸ-ਪਾਸ ਉੱਥੇ ਫਸੇ ਹੋਏ ਕਹਿ ਰਹੇ ਆ, ਉਹਨਾਂ 'ਚੋਂ ਬਹੁਤ ਥੋੜੇ ਹੀ ਵਾਪਸ, ਕੁਛ ਸੈਂਕੜੇ ਹੀ ਵਾਪਸ ਆਏ ਆ, ਬਾਕੀ ਸਾਰੇ ਬੜੀ ਅਫਰਾ ਤਫਰੀ ਦੇ ਵਿੱਚ ਨੇ, ਕੋਈ ਬੰਕਰ ਦੇ ਵਿੱਚ ਨੇ, ਕੋਈ ਮੈਟਰੋ ਸਟੇਸ਼ਨ ਦੇ ਵਿੱਚ ਫਸੇ ਹੋਏ ਆ। ਉਹਨਾਂ ਦੀ ਬੇਸਿਕ ਜਿਹੜੀ ਹੈ ਲੌਜਿਸਟਿਕ ਸਪੋਰਟ ਜਿਹੜੀ ਹੈ ਉਹ ਬਹੁਤ ਘੱਟ ਹੈ ਸਟੂਡੈਂਟ ਦੇ ਵਾਸਤੇ। ਠੰਡ ਦਾ ਮੌਸਮ ਹੈ, ਸ਼ੈਲਿੰਗ ਵੱਧ ਰਹੀ ਆ ਕਿਉਂਕਿ ਯੂਕਰੇਨ ਨੇ ਹਥਿਆਰ ਸਿੱਟਣ ਤੋਂ ਮਨਾ ਕਰ ਦਿੱਤਾ, ਰੈਜ਼ਿਸਟੈਂਸ ਪੂਰੀ ਹੈ। ਤੇ ਹੁਣ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਲੜਾਈ ਹੋਰ ਤੇਜ਼ ਹੋਊਗੀ। ਜਦੋਂ ਤੇਜ਼ ਲੜਾਈ ਹੁੰਦੀ ਹੈ ਤੇ ਰੂਸ ਵਰਗਾ ਦੇਸ਼ ਆਪਣੀ ਪੂਰੀ ਤਾਕਤ ਲਗਾ ਦੇਵੇ ਤਾਂ ਸ਼ਹਿਰੀ ਇਲਾਕੇ ਪ੍ਰਭਾਵਿਤ ਹੋਣਗੇ। ਤਾਂ ਸੁਭਾਵਿਕ ਤੌਰ ਦੇ ਉੱਤੇ ਹੀ ਜਿਹੜੇ ਭਾਰਤੀ ਮੂਲ ਦੇ ਜਿਹੜੇ ਉੱਥੇ ਵਿਦਿਆਰਥੀ ਨੇ ਉਹਨਾਂ ਦੇ ਪਰਿਵਾਰ ਇੱਥੇ ਪਿੱਛੇ ਨੇ, ਉਹ ਬਹੁਤ ਚਿੰਤਿਤ ਨੇ। ਬੇਸ਼ੱਕ ਕੋਸ਼ਿਸ਼ਾਂ ਨੇ, ਪੰਜਾਬ ਸਰਕਾਰ ਨੇ ਤਾਂ ਆਪਣੇ 4 ਵਜ਼ੀਰ ਵੀ ਤਾਇਨਾਤ ਕਰ ਦਿੱਤੇ ਨੇ ਉੱਥੇ ਵੀ ਤੁਸੀਂ ਜਾ ਕੇ ਜਿਹੜੀ ਇਵੈਕੂਏਸ਼ਨ ਪ੍ਰੋਸੈਸ ਨੂੰ ਛੇਤੀ ਕਰੋ। ਉਹ
ਪਰ ਫਿਰ ਵੀ ਜਦ ਤੱਕ ਬੱਚਿਆਂ ਦਾ ਚਿਹਰਾ ਨਾ ਦੇਖ ਲਓ, ਬੱਚਿਆਂ ਕੋਲੋਂ ਇਹ ਨਾ ਆ ਜੇ ਵੀ ਅਸੀਂ ਸੇਫ ਜਗ੍ਹਾ ਤੇ ਪਹੁੰਚ ਗਏ, ਮਾਂ ਪਿਓ ਨੂੰ ਤਲਵਾਸ ਕਰਨਾ ਬੜਾ ਮੁਸ਼ਕਿਲ ਹੈ ਜੀ। ਤੇ ਤੁਸੀਂ ਮੈਂਸ਼ਨ ਕੀਤਾ ਸੀ ਇਗੋਰ ਪੋਲਿਖਾ ਦੇ ਬਾਰੇ, ਤੁਸੀਂ ਜ਼ਿਕਰ ਕੀਤਾ ਸੀ ਜਿਹੜੇ ਐਂਬੈਸਡਰ ਨੇ ਯੂਕਰੇਨ ਦੇ ਭਾਰਤ ਦੇ ਵਿੱਚ ਐਨਵੋਏ, ਸੋ ਉਹਨਾਂ ਨੇ ਇਸ ਹਮਲੇ ਦੀ ਤੁਲਨਾ ਕੀਤੀ ਹੈ, ਕਹਿੰਦੇ ਜਿਹੜਾ ਜਿਵੇਂ ਮੁਗਲਾਂ ਵੱਲੋਂ ਰਾਜਪੂਤਾਂ ਤੇ ਹਮਲਾ ਕੀਤਾ ਗਿਆ ਸੀ, ਕਹਿੰਦੇ ਉਸੇ ਤਰ੍ਹਾਂ ਰਸ਼ੀਆ ਵੱਲੋਂ ਯੂਕਰੇਨ ਤੇ ਹਮਲਾ ਕੀਤਾ ਗਿਆ। ਜਿਹੜੇ ਆਪਣੇ ਇਗੋਰ ਪੋਲਿਖਾ ਜਿਹੜੇ ਹੈ ਰੈਗੂਲਰ ਮੀਡੀਆ ਦੇ ਨਾਲ ਦਿੱਲੀ ਦੇ ਵਿੱਚ ਕੰਟੈਕਟ ਦੇ ਵਿੱਚ ਨੇ, ਰੋਜ਼ ਆਲਮੋਸਟ ਉਹਨਾਂ ਦਾ ਮੀਡੀਆ ਦੇ ਨਾਲ ਇੰਟਰੈਕਸ਼ਨ ਹੁੰਦਾ। ਪਹਿਲਾਂ ਤਾਂ ਕਿਸੇ ਟਾਈਮ ਦੇ ਉੱਤੇ ਉਹ ਕਹਿੰਦੇ ਸੀ ਅਸੀਂ ਇੰਡੀਆ ਦੀ ਜਿਹੜਾ ਸਟੈਂਸ ਆ ਉਹਦੇ ਤੋਂ ਬਹੁਤ ਡਿਸਅਪੁਆਇੰਟਡ ਆ, ਤੇ ਪਰ ਹੁਣ ਹੌਲੀ ਹੌਲੀ ਜਿਸ ਤਰ੍ਹਾਂ ਇੰਡੀਆ ਨੇ ਕੁਛ ਲੈਵਲ ਤੇ ਏਡ ਵੀ ਭੇਜੀ ਹੈ, ਸਪੈਸ਼ਲੀ ਦਵਾਈਆਂ ਵਗੈਰਾ ਆ, ਹੋਰ ਹਿਊਮੈਨੀਟੇਰੀਅਨ ਏਡ ਇੰਡੀਆ ਵੱਲੋਂ ਵੀ ਗਈ ਹੈ ਯੂਕਰੇਨ ਵਾਸਤੇ। ਕੁਛ ਧਾਰਮਿਕ ਸੰਸਥਾਵਾਂ ਵੱਲੋਂ, ਜਿਸ ਤਰ੍ਹਾਂ ਜਿਹੜੇ ਇੰਡੀਅਨ ਓਰੀਜਨ ਦੇ ਧਾਰਮਿਕ ਸੰਸਥਾਵਾਂ, ਜਿਸ ਤਰ੍ਹਾਂ ਖਾਲਸਾ ਏਡ ਹੋਈ ਜਾਂ ਇਸਕॉन ਵਾਲਿਆਂ ਦੇ ਵੀ ਹੈਗੇ ਆ ਮੰਦਿਰਾਂ ਦੇ ਵਿੱਚ ਵੀ, ਉਹਨਾਂ ਨੇ ਲੰਗਰ ਵਗੈਰਾ ਜਾਂ ਹੋਰ ਚੀਜ਼ਾਂ ਉੱਥੇ ਅਰੇਂਜ ਕਰਨੀਆਂ ਸ਼ੁਰੂ ਕੀਤੀਆਂ। ਤਾਂ ਉਸ ਤੋਂ ਬਾਅਦ ਆਈ ਥਿੰਕ ਥੋੜ੍ਹਾ ਜਿਹਾ ਨਰਮ ਵੀ ਪਿਆ, ਯੂਕਰੇਨ ਨੂੰ ਵੀ ਸਮਝ ਆਈ ਕਿ ਉਹਨਾਂ ਨੂੰ ਜੇ ਹੋਰ ਲੋਕਾਂ ਦੀ ਲੋੜ ਹੈ ਹਾਲੇ ਵੀ। ਸੋ ਕੱਲ੍ਹ ਜਦੋਂ ਆਪਣੇ ਨਵੀਨ ਸ਼ੇਖਲੱਪਾ ਦੇ ਅਫਸੋਸ ਕਰਨ ਵਾਸਤੇ ਪੋਲਿਖਾ ਗਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਆਫਿਸ ਦੇ ਵਿੱਚ, ਤਾਂ ਉੱਥੇ ਜਾ ਕੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਕਿਹਾ ਕਿ ਇਹ ਜਿਸ ਤਰ੍ਹਾਂ ਮੁਗਲਾਂ ਨੇ ਰਾਜਪੂਤਾਂ ਦੀ ਨਸਲਕੁਸ਼ੀ ਕਰਨ ਦਾ ਇੱਕ ਮੁਹਿੰਮ ਸਟਾਰਟ ਕੀਤੀ ਸੀ, ਉਸੇ ਤਰ੍ਹਾਂ ਪੁਤਿਨ ਨੇ ਯੂਕਰੇਨ ਦੇ ਉੱਤੇ ਜਿਹੜਾ ਹੈਗਾ ਮੈਸੈਕਰ ਦਾ ਇੱਕ ਲਾਂਚ ਕੀਤਾ ਹੋਇਆ, ਔਰ ਉਹ ਯੂਕਰੇਨ ਨੂੰ ਖਤਮ ਕਰਨ ਤੇ ਆਇਆ ਹੈ। ਔਰ ਉਹਨਾਂ ਨੇ ਇਹ ਅਪੀਲ ਕੀਤੀ ਕਿ ਲੋਕਾਂ ਨੂੰ ਵੀ ਇਨਫਲੂਐਂਸ ਕਰਨਾ ਚਾਹੀਦਾ, ਜਿਹੜਾ ਸਪੈਸ਼ਲੀ ਜਿਹੜੇ ਗਲੋਬਲ ਲੀਡਰਸ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ, ਕਿ ਉਹ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦੇ ਉੱਤੇ ਪ੍ਰੈਸ਼ਰ ਪਾਉਣ ਕਿ ਇਹ ਜਿਹੜਾ ਹੈਗੀ ਨਸਲਕੁਸ਼ੀ ਆ, ਜਿਹੜਾ ਇਹ ਪੂਰਾ ਪ੍ਰੋਗਰਾਮ ਹੈ ਮੈਸੇਕਰ ਦਾ, ਇਹ ਬੰਦ ਕਰਨਾ ਚਾਹੀਦਾ। ਉਹਨਾਂ ਨੇ ਅੱਗੇ ਵੀ ਗੱਲ ਕੀਤੀ ਹੈ ਕਿ ਜੀ ਜਿਹੜੇ ਸਟੂਡੈਂਟਸ ਨੇ, ਅਸੀਂ ਉਹਨਾਂ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸਾਰੀ ਦੀ ਸਾਰੀ ਮੋਡੈਲਿਟੀਜ਼ ਵੀ ਦੇਖ ਰਹੇ ਹਾਂ ਕਿ ਜਿਹੜੀ ਹਿਊਮੈਨੀਟੇਰੀਅਨ ਏਡ ਪਹੁੰਚਾਈ ਜਾ ਰਹੀ ਹੈ ਇੰਡੀਆ ਵੱਲੋਂ, ਉਹ ਲੋਕਾਂ ਤੱਕ ਕਿਵੇਂ ਪਹੁੰਚੇ। ਔਰ ਜਿਹੜੇ ਇੰਡੀਅਨ ਸਟੂਡੈਂਟਸ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਚਿੰਤਾ ਕੀਤੀ ਹੈ ਕਿ ਮੁਸ਼ਕਿਲ ਦੀ ਘੜੀ ਹੈ, ਪਰ ਅਸੀਂ ਜਲਦੀ ਤੋਂ ਜਲਦੀ ਇਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਸੇਫਟੀ ਹੋ ਜਾਏ। ਪਰ ਉਹਨਾਂ ਨੇ ਫਿਰ ਜ਼ੋਰ ਪਾ ਕੇ ਕਿਹਾ ਕਿ ਇਹ, ਉਹਨਾਂ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਆ ਕਈ ਵਾਰੀ ਅੱਜ ਕੱਲ੍ਹ, ਉਹਨਾਂ ਦੇ ਜਿਹੜੀਆਂ ਵੀਡੀਓ ਤੁਸੀਂ ਦੇਖੋ ਤੇ ਉਹਨਾਂ ਨੇ ਮੋਦੀ ਜੀ ਕਹਿ ਕੇ ਕਿਹਾ ਕਿ ਮੋਦੀ ਜੀ ਆਪਣਾ ਹਰ ਇੱਕ ਵਸੀਲਾ ਇਸਤੇਮਾਲ ਕਰਨ ਕਿ ਪੁਤਿਨ ਦੇ ਉੱਤੇ ਜ਼ੋਰ ਪਾਇਆ ਜਾਵੇ ਕਿ ਉਹ ਬੋmbਿੰਗ ਔਰ ਸ਼ੈਲਿੰਗ ਬੰਦ ਕਰ ਦੇ। ਸੋ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਦਾ ਸਿੱਟੇ ਨਿਕਲਦੇ ਆ, ਪਰ ਸਿਚੁਏਸ਼ਨ ਗ੍ਰਿਮ। ਤੇ ਪੰਦੇਰ ਸਾਹਿਬ, ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੀਤੀਆਂ ਦੇ ਵਿੱਚ ਕੁਝ ਬਦਲਾਅ ਕਰਨਾ ਚਾਹੁੰਦੀ ਹੈ ਤਾਂ ਕਿ ਜਿਹੜੀਆਂ ਸਕੂਲੀ ਕਿਤਾਬਾਂ ਨੇ, ਟੈਕਸਟ ਬੁੱਕਸ, ਉਹਨਾਂ ਦੇ ਵਿੱਚ ਤੱਥਾਂ ਨਾਲ ਛੇੜਛਾੜ ਨਾ ਕੀਤੀ ਜਾਏ, ਉਹਨਾਂ ਨੂੰ ਡਿਸਟੋਰਟ ਨਾ ਕੀਤਾ ਜਾਏ। ਵਾਸੂ ਜੀ, ਥੋੜ੍ਹੀ ਜਿਹੀ ਆਪਾਂ ਆਪਣੇ ਵੀ ਜਿਹੜੇ ਸਰੋਤੇ ਆ ਉਹਨਾਂ ਤੋਂ ਇੱਕ ਮਾਫੀ ਮੰਗ ਲਈ ਹੈ ਕਿ ਆਪਾਂ ਇਸ ਇਸ਼ੂ ਨੂੰ ਹਾਈਲਾਈਟ ਨਹੀਂ ਕਰ ਸਕੇ। ਬੇਸ਼ੱਕ ਇਸ਼ੂ ਮੇਰੇ ਇੱਥੋਂ ਜਿੱਥੇ ਮੈਂ ਬੈਠਾ ਵਾਂ ਖਿੜਕੀ ਦੇ ਸਾਹਮਣੇ ਜੋ ਕਲੋਜ਼ ਲਾਈਟ ਹੈਗੀ ਆ, ਤਾਂ ਕੋਈ 300 ਮੀਟਰ ਦੇ ਉੱਤੇ ਇੱਕ ਧਰਨਾ ਲੱਗਿਆ ਹੋਇਆ, ਜਿਹੜੀ ਹੈਗੀ ਕਿਸਾਨ ਲੀਡਰ ਆਪਣੇ ਸਿਰਸਾ ਜੀ, ਬਲਦੇਵ ਸਿੰਘ ਸਿਰਸਾ, ਉਹਨਾਂ ਨੇ ਲਾਇਆ ਹੋਇਆ। ਤੇ ਔਰ ਉਹਦੇ ਵਿੱਚ ਇਹ ਓਬਜੈਕਸ਼ਨ ਇਹ ਆ, ਉਹਦੇ ਵਿੱਚ ਲੱਖਾ ਸਿਧਾਣਾ ਵਰਗੇ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਇਸ ਵੇਲੇ ਇੰਪੋਰਟੈਂਟ ਪੰਜਾਬ ਦੀ ਸਿਆਸੀ ਸੀਨ ਦੇ ਉੱਤੇ ਨੇ, ਉਹਨਾਂ ਨੇ ਐਡਰੈਸ ਵੀ ਕੀਤਾ। ਉਹਦੇ 'ਚ ਰੋਸ ਇਹ ਹੈ ਕਿ ਪੰਜਾਬ ਦੀ ਇੱਕ ਮੇਰੇ 11ਵੀਂ ਜਾਂ 12ਵੀਂ ਦੀ ਇੱਕ ਕਿਤਾਬ ਹੈ ਸਿੱਖ ਇਤਿਹਾਸ, ਉਹਦੇ ਬਾਰੇ ਬਹੁਤ ਜ਼ਿਆਦੀਆਂ ਜਿਹੜੀਆਂ ਓਬਜੈਕਸ਼ਨੇਬਲ ਉਹਦੇ 'ਚ ਰੈਫਰੈਂਸਿਸ ਨੇ ਗੁਰੂ ਸਾਹਿਬਾਂ ਵਾਸਤੇ ਔਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਤੇ ਇਹਦੇ ਤੇ ਪੂਰਾ ਮੋਰਚਾ ਲੱਗਿਆ ਹੈ ਉੱਥੇ ਔਰ ਉਹ ਸਾਰੀ ਦੀ ਸਾਰੀ ਪ੍ਰੋਟੈਸਟ ਚੱਲ ਰਿਹਾ। ਤੇ ਇਹਦੇ ਵਿੱਚ ਹੋਰ ਜਥੇਬੰਦੀਆਂ, ਖਾਸ ਤੌਰ ਤੇ ਸਿੱਖ ਜਥੇਬੰਦੀਆਂ, ਉਹ ਇਹਦੀ ਸ਼ਮੂਲੀਅਤ ਕਰ ਰਹੀਆਂ ਨੇ। ਕਈ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਵੀ ਇਸ ਨੂੰ ਸਪੋਰਟ ਕੀਤਾ ਕਿ ਔਰ ਸਰਕਾਰ ਤੇ ਡਿਮਾਂਡ ਕਰ ਰਹੇ ਵੀ ਇਹ ਕਿਤਾਬ ਵਿਡਰੋ ਹੀ ਨਹੀਂ, ਤੁਰੰਤ ਬੈਨ ਕਰਕੇ ਇਹਦੀ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ ਕਿ ਇਹ ਅਲਾਉ ਕਿਹਨੇ ਕੀਤੀ।
ਸੋ ਕਿਉਂਕਿ ਵਾਸੂ ਜੀ ਇਹ ਹਰ ਇੱਕ ਜਿਹੜਾ ਐਜੂਕੇਸ਼ਨ ਬੋਰਡ ਦੇ ਵਿੱਚ ਹਰ ਇੱਕ ਸਬਜੈਕਟ ਵਾਸਤੇ ਸਬਜੈਕਟ ਐਕਸਪਰਟ ਹੁੰਦੇ ਨੇ, ਉਹਨਾਂ ਨੇ ਇਹਨੂੰ ਅਲਾਓ ਕਿਵੇਂ ਕੀਤਾ ਇਹਦੇ ਬਾਰੇ ਕਾਫੀ ਕਿੰਤੂ ਪਰੰਤੂ ਹੋ ਰਹੇ ਆ। ਸੋ ਉਹਦੇ ਵਾਸਤੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਪ੍ਰਗਟ ਸਿੰਘ, ਉਹ ਕੱਲ ਉੱਥੇ ਉਸ ਧਰਨੇ ਤੇ ਪਹੁੰਚੇ। ਉਹਨਾਂ ਨੇ ਕਿਹਾ ਮੈਂ ਆਲਰੇਡੀ ਇਸ ਦੀ ਇੱਕ ਜਾਂਚ ਵਾਸਤੇ ਇੱਕ ਕਮੇਟੀ ਬਣਾਈ ਹੋਈ ਹੈ, ਇੱਕ ਅੱਧੇ ਦਿਨ ਦੇ ਵਿੱਚ ਉਹ ਕਿਹਾ ਜਾਂਦਾ ਕਿ ਮਾਰਚ 5 ਤੱਕ ਉਹ ਰਿਪੋਰਟ ਦੇ ਦੇਗੀ ਵੀ ਇਹ ਸਾਰਾ ਸਿਲਸਿਲਾ ਇਹ ਵਰਤਾਰਾ ਹੋਇਆ ਕਿਵੇਂ। ਸੋ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਕ ਪਾਲਿਸੀ ਵੀ ਚਾਹੁੰਦੇ ਹਾਂ। ਕਹਿੰਦੇ ਮੈਂ ਸਿਰਫ ਐਜੂਕੇਸ਼ਨ ਡਿਪਾਰਟਮੈਂਟ ਜਾਂ ਐਜੂਕੇਸ਼ਨ ਬੋਰਡ ਤੇ ਨਹੀਂ ਇਹ ਗੱਲ ਛੱਡੀ ਹੋਈ, ਮੈਂ ਬਹੁਤ ਸਾਰੇ ਜਿਹੜੇ ਐਜੂਕੇਸ਼ਨਿਸਟ ਨੇ, ਮਾਹਰ ਨੇ, ਉਹਨਾਂ ਨੂੰ ਵੀ ਕੰਸਲਟ ਕਰ ਰਿਹਾ ਕਿ ਪਾਲਿਸੀ ਵੀ ਹੋਣੀ ਚਾਹੀਦੀ ਹੈ ਕਿ ਇਹੋ ਜਿਹੀ ਜਿਹੜੀਆਂ ਹੈਗੀਆਂ ਕੁਤਾਹੀਆਂ ਅੱਗੇ ਤੋਂ ਨਾ ਹੋਣ ਔਰ ਲੋਕਾਂ ਵਾਸਤੇ ਇਹ ਇੱਕ ਪ੍ਰੋਬਲਮ ਦਾ ਵਾਇਸ ਨਾ ਬਣਨ। ਸੋ ਜਿਹੜੀ ਉਹ ਤਾਂ ਜਿਹੜਾ ਸਾਰਾ ਚੱਲ ਰਿਹਾ ਸੀ ਉੱਥੇ ਲੋਕਾਂ ਨੇ ਸਾਰਿਆਂ ਨੇ ਦੱਸਿਆ। ਬਲਦੇਵ ਸਿੰਘ ਸਿਰਸਾ ਉਹਨਾਂ ਨੇ ਦੱਸਿਆ ਕਿ ਇਹ ਕੋਈ ਜਿਹੜੀ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਨੇ, ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸ਼ਿਕਾਇਤ ਨਹੀਂ ਆਈ। ਤਾਂ ਬਲਦੇਵ ਸਿਰਸਾ ਉਹਨਾਂ ਨੇ ਦੱਸਿਆ ਕਿ ਇਹ ਸ਼ਿਕਾਇਤ ਦਾ ਸਿਲਸਿਲਾ ਆਲਮੋਸਟ 2018 ਤੋਂ ਚੱਲ ਰਿਹਾ ਹੈ ਤੇ ਇਹ ਕਿਤਾਬ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ। ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉੱਥੇ ਇਹ ਕਹਿ ਰਹੇ ਕਿ ਜਿਹੜੀ SGPC ਹੈ ਉਹਨੇ ਵੀ ਇਸ ਕਿਤਾਬ ਦੇ ਬਾਰੇ ਕੋਈ ਇਸ ਵੇਲੇ ਕਾਰਵਾਈ ਨਹੀਂ ਕੀਤੀ। ਉਹਨਾਂ ਨੂੰ ਆਉਣਾ ਚਾਹੀਦਾ ਸੀ। ਇਸ ਦੇ ਰਿਸਪੌਂਸ ਦੇ ਵਿੱਚ SGPC ਵੱਲੋਂ ਵੀ ਬਹੁਤ ਤਿੱਖਾ ਜਿਹੜਾ ਹੈਗਾ ਰਿਐਕਸ਼ਨ ਆਇਆ ਤੇ ਉਹ ਕਹਿੰਦੇ ਜੀ ਇੱਕ ਸੋਚੀ ਸਮਝੀ ਜਿਹੜੀ ਹੈਗੀ ਆ ਸਾਜ਼ਿਸ਼ ਹੈ ਕਿ ਇਸ ਕਿਤਾਬ ਦੀ ਬਾਰ-ਬਾਰ ਰੈਫਰੈਂਸ ਚੱਕ ਕੇ ਤਾਂ ਸਿੱਖ ਪੰਥ ਨੂੰ ਜਾਂ ਜਿਹੜੀਆਂ ਕੋਈ ਫੋਰਸਿਸ ਨੇ ਜਿਹੜੀਆਂ ਐਕਟਿਵ ਹੋਈਆਂ ਐਂਟੀ ਸਿੱਖ ਫੋਰਸਿਸ ਨੇ ਉਹ SGPC ਨੂੰ ਡਿਸਕ੍ਰੈਡਿਟ ਕਰ ਰਹੀਆਂ ਨੇ। SGPC ਦੇ ਮੈਂਬਰ ਜਿਹੜੇ ਹੈਗੇ ਗੁਰਚਰਨ ਸਿੰਘ ਗਰੇਵਾਲ ਔਰ ਗੁਰਬਖਸ਼ ਸਿੰਘ ਖਾਲਸਾ ਨੇ ਇਹ ਕੱਲ ਕੁਝ ਫੈਡਰੇਸ਼ਨ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੀ ਲੀਡਰ ਸੀ, ਉਹਨਾਂ ਨੇ ਵੀ ਗੱਲ ਕੀਤੀ ਆ ਕਿ ਇਹ ਜਿਹੜੀ ਕਿਤਾਬ ਸੀ ਜਿਹੜਾ ਹੈਗਾ ਸਿੱਖ ਇਤਿਹਾਸ, ਇਹ SGPC 'ਚ 1999 'ਚ ਪਬਲਿਸ਼ ਕੀਤੀ ਗਈ ਸੀ। ਇਹਦੇ ਬਾਰੇ ਜਿਹੜੀ ਹਿੰਦੀ ਦੇ ਵਿੱਚ ਹੈ ਤੇ ਇਹਦੇ ਵਿੱਚ ਜਦੋਂ ਸੰਗਤ ਦੇ ਕੋਲੋਂ ਇਹ ਸਾਰੀ ਦੀ ਸਾਰੀ ਆਈ, ਇਹ ਕੋਈ JP ਦੱਤਾ ਹੈ ਸ਼ਾਇਦ, ਉਹਨਾਂ ਦੀ ਲਿਖੀ ਹੋਈ ਆ। ਅੰਗਰੇਜ਼ ਕਿਸੇ ਦੀ ਕਨਿੰਗਮ ਦੀ ਕੋਈ ਬੁੱਕ ਸੀਗੀ ਹਿਸਟਰੀ ਆਫ ਦੀ ਸਿੱਖਸ, ਉਹਦੇ ਵਿੱਚੋਂ ਇਹਨਾਂ ਨੇ ਕਾਫੀ ਕਾਪੀ ਉਹ ਮਾਰ ਲਈ। ਤਾਂ SGPC ਨੇ ਨਵੰਬਰ 23 ਦੇ ਇਜਲਾਸ 2007 ਦਾ ਜਿਹੜਾ ਇਜਲਾਸ ਸੀ ਉਦੋਂ ਇਹ ਬੁੱਕ ਬੈਨ ਹੀ ਨਹੀਂ ਕਰ ਦਿੱਤੀ ਸੀ, ਇਹਦੀਆਂ ਕਾਪੀਜ਼ ਵਿਡਰਾਅ ਕਰ ਲਈਆਂ ਸੀ। ਸੋ ਉਹਨਾਂ ਨੇ ਸਾਰੀ ਦੀ ਸਾਰੀ ਗੱਲ ਕੀਤੀ ਕਿ ਐਡਵਰਟਾਈਜ਼ਮੈਂਟਸ ਵੀ ਦਿੱਤੀ ਹੈ ਕਿ ਬੈਨ ਹੋ ਗਈ ਆ। ਸਾਰੇ ਦਾ ਸਾਰਾ ਇਹ ਸਿੱਖ ਜੁਡੀਸ਼ੀਅਲ ਕਮਿਸ਼ਨ ਕੋਲੇ ਵੀ ਚਲਾ ਗਿਆ। ਬਲਦੇਵ ਸਿੰਘ ਸਿਰਸਾ ਨੇ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਕੇਸ 2007 ਚ ਕੀਤਾ ਸੀ ਜੋ 2013 ਦੇ ਵਿੱਚ ਡਿਸਮਿਸ ਹੋ ਗਿਆ। ਸੋ ਕਹਿੰਦੇ ਹੁਣ ਜਦੋਂ ਉਹ SGPC ਵੱਲੋਂ ਇਹ ਮਾਮਲਾ ਟੋਟਲੀ ਰਿਜ਼ੋਲਵ ਹੋ ਚੁੱਕਿਆ, SGPC ਨੂੰ ਇਸ ਮਾਮਲੇ ਦੇ ਵਿੱਚ ਵਾਪਸ ਲੈ ਕੇ ਆਉਣਾ ਘੁਮਾਉਣਾ ਕੋਈ ਬੜਾ ਵਾਜਿਬ ਨਹੀਂ ਹੈਗਾ। ਤੇ ਔਰ ਉਹਨਾਂ ਨੇ ਬਲਦੇਵ ਸਿੰਘ ਸਿਰਸਾ ਔਰ ਜਿਹੜਾ ਹੈਗਾ ਲੱਖਾ ਸਿਧਾਣਾ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਤਾਂ ਕਾਫੀ ਦੇਰ ਤੋਂ ਇੱਕ ਮੁਹਿੰਮ ਸਟਾਰਟ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਕਿਵੇਂ ਨਾ ਤਿਵੇਂ ਜਿਹੜੀ ਹੈਗੀ ਆ SGPC ਨੂੰ ਬਦਨਾਮ ਕੀਤਾ ਜਾਵੇ। SGPC ਇਸ ਕਿਤਾਬ ਦੇ ਉੱਤੇ ਆਲਰੇਡੀ ਜਿਹੜੀ ਹੈਗੀ ਆ ਆਪਣੀ ਕਾਰਵਾਈ ਕਰ ਚੁੱਕੀ ਆ। ਅਗਲੀ ਜਿਹੜੀ ਕਾਰਵਾਈ ਆ ਉਹ ਸਰਕਾਰ ਨੇ ਕਰਨੀ ਹੈ ਤੇ ਔਰ ਉਹ SGPC ਦੇ ਜਿਹੜਾ ਕਾਰਜ ਖੇਤਰ ਆ ਉਹਦੇ ਵਿੱਚ ਨਹੀਂ ਆਉਂਦਾ। ਹਾਂਜੀ ਰਿਪਨਦੇਵ ਸਾਹਿਬ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ 112 ਪੰਜਾਬੀ ਡਾਕਟਰ ਜਿਹੜੇ ਚੰਡੀਗੜ੍ਹ 'ਚ ਡੈਪੂਟੇਸ਼ਨ ਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਵਾਪਸ ਪੰਜਾਬ ਭੇਜ ਕੇ ਬਾਕੀ ਸੂਬਿਆਂ ਜਾਂ ਬਾਕੀ UTs ਦੇ ਵਿੱਚੋਂ ਡਾਕਟਰਸ ਜਿਹੜੇ ਨੇ ਹਾਇਰ ਕੀਤੇ ਜਾਣਗੇ। ਹੁਣ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ। ਪਹਿਲਾਂ ਤਾਂ ਵਾਸੂ ਜੀ ਤੁਹਾਨੂੰ ਯਾਦ ਹੋਊਗਾ ਜਿਹੜਾ ਬਿਜਲੀ ਦਾ ਨਿੱਜੀਕਰਨ ਹੋਇਆ ਸੀ ਉਦੋਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇਹ ਮੁੱਦਾ ਲਿਆਂਦਾ ਸੀ ਕਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਟੋਟਲ ਬਲੈਕਆਊਟ ਹੋਇਆ ਕਿਉਂਕਿ ਜਿਹੜੇ ਇਲੈਕਟ੍ਰਿਸਿਟੀ EMPLOYEES ਨੇ ਉਹਨਾਂ ਨੇ ਸਟ੍ਰਾਈਕ ਕੀਤੀ ਸੀ। ਉਦੋਂ ਵੀ ਅਕਾਲੀ ਦਲ ਔਰ ਹੋਰ ਜਿਹੜੀਆਂ ਸਿੱਖ ਆਪਣੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਇਹ ਗੱਲ ਸਾਹਮਣੇ ਰੱਖੀ ਸੀ ਕਿ ਤੁਸੀਂ ਪੰਜਾਬ ਦੀ ਰਾਜਧਾਨੀ ਦੇ ਬਾਰੇ ਇੱਕ ਜਿਹੜੀ
ਪ੍ਰਸ਼ਾਸਨਿਕ ਐਡਮਿਨਿਸਟ੍ਰੇਟਿਵ ਡਿਸੀਜਨ ਨਹੀਂ ਕਰ ਸਕਦੇ, ਕਿਉਂਕਿ ਡਿਸਪਿਊਟਡ ਆ ਹਾਲੇ ਵੀ ਕਿ ਪੰਜਾਬ ਦੀ ਜਿਹੜੀ ਰਾਜਧਾਨੀ ਦੇ ਵਿੱਚ ਜਿਹੜੀ ਬਿਜਲੀ ਦੀ ਸਪਲਾਈ ਆ ਉਹਦਾ ਫੈਸਲਾ ਪੰਜਾਬ ਹੀ ਕਰੇਗਾ। ਪਹਿਲਾਂ ਤਾਂ ਉਹ ਸੀਗਾ ਜੀ ਕਿ ਪੰਜਾਬ ਦਾ ਕਲੇਮ ਉੱਥੋਂ ਡਾਇਲਿਊਟ ਕੀਤਾ ਗਿਆ, ਫਿਰ BBMB ਦਾ ਵੀ ਇਸ਼ੂ ਆ ਗਿਆ ਕਿ BBMB ਦੇ ਵਿੱਚ ਵੀ ਇਹ ਸਾਰੇ ਇਸ਼ੂਜ਼ ਆ ਰਹੇ ਆ। ਉਹ ਸਾਰੀ ਦੀ ਸਾਰੀ ਉਹ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਇਹ ਫਿਰ ਇੱਕ ਹੋਰ ਇਸ਼ੂ ਇਹ ਸਾਹਮਣੇ ਆ ਜਾਂਦਾ ਕਿ ਕਿਸ ਤਰ੍ਹਾਂ ਇਹ ਜਿਹੜੀ ਹੈਗੀ 112 ਜਿਹੜੇ ਡਾਕਟਰਸ ਡੈਪੂਟੇਸ਼ਨ ਦੇ ਉੱਤੇ ਨੇ ਉਹਨਾਂ ਨੂੰ ਛੱਡਿਆ, ਉਹਨਾਂ ਨੂੰ ਰਿਲੀਵ ਕੀਤਾ ਜਾ ਰਿਹਾ। ਪ੍ਰਸ਼ਾਸਨ ਇਹ ਕਹਿ ਰਿਹਾ ਕਿ ਜਿਹੜੀ ਡੈਪੂਟੇਸ਼ਨ ਜਿਹੜੀ ਹੈ ਉਹ ਇੱਕ ਪੀਰੀਅਡ ਹੁੰਦਾ, ਡੈਪੂਟੇਸ਼ਨ ਪੀਰੀਅਡ, ਉਹਦੀ ਇੱਕ ਸ਼ਰਤ ਹੁੰਦੀ ਹੈ ਔਰ ਇਹਦੇ ਵਿੱਚ ਮੋਸਟਲੀ ਜਿਹੜੇ ਡਾਕਟਰ ਦੀ ਗੱਲ ਹੈ ਇਹ VVIP ਬਹੁਤ ਇਨਫਲੂਐਂਸ਼ੀਅਲ ਲੋਕਾਂ ਦੇ ਰਿਸ਼ਤੇਦਾਰ ਹੁੰਦੇ ਨੇ ਜੋ ਆਪਣੀ ਐਕਸਟੈਂਸ਼ਨ ਲਈ ਜਾਂਦੇ ਆ ਔਰ ਦੂਸਰੇ ਲੋਕਾਂ ਨੂੰ ਇਸ ਦੀ ਜਿਹੜੀ ਹੈਗੀ ਹੈ ਡੈਪੂਟੇਸ਼ਨ ਦਾ ਮੌਕਾ ਨਹੀਂ ਮਿਲਦਾ। ਸੋ 112 ਜਿਹੜੇ ਹੈਗੇ ਆ ਉਹ ਓਵਰਸਟੇ ਕਰ ਚੁੱਕੇ ਆ। ਡੈਪੂਟੇਸ਼ਨ ਦਾ ਪੀਰੀਅਡ ਸਿਰਫ 3 ਸਾਲ ਦਾ ਹੁੰਦਾ। ਇਹਦਾ ਫੈਸਲਾ ਉਹ ਕਹਿੰਦੇ ਜੀ ਐਡਮਿਨਿਸਟ੍ਰੇਸ਼ਨ ਕਹਿੰਦੀ ਉਹ ਪਹਿਲਾਂ ਕਈ ਵਾਰੀ ਕਰ ਚੁੱਕੇ ਆ ਕਿ ਉਹ ਕਹਿੰਦੇ ਹੋਰ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਇਹ ਕਹਿ ਰਹੀ ਆ ਕਿ ਤੁਸੀਂ ਹੋਰ ਵੀ ਭੇਜ ਸਕਦੇ ਹੋ। ਇਸ ਤੋਂ ਪਹਿਲਾਂ ਜਿਹੜਾ ਆਈ ਸੀਗੀ ਉਹ ਸੀਗਾ ਕਿ ਪੰਜਾਬ ਦੇ ਜਿਹੜੇ ਟੀਚਰਸ ਡੈਪੂਟੇਸ਼ਨ ਤੇ ਆਏ ਹੋਏ 2015 'ਚ ਇਸ਼ੂ ਰੇਜ਼ ਹੋਇਆ ਸੀ ਕਿ ਉਹ ਵੀ ਪ੍ਰੋਬਲਮ ਹੋ ਰਹੀ ਹੈ। ਹੁਣ ਜਿਹੜੇ ਆਪਣੇ ਸਾਬਕਾ ਮੰਤਰੀ ਰਹੇ ਆ ਦਲਜੀਤ ਸਿੰਘ ਚੀਮਾ ਐਜੂਕੇਸ਼ਨ ਦੇ ਮੰਤਰੀ ਰਹੇ ਆ ਔਰ ਉਹ ਇਹ ਕਹਿ ਰਹੇ ਕਿ ਚੰਡੀਗੜ੍ਹ 80% ਸਟਾਫ ਆਪਣਾ ਹੀ ਰਿਕਰੂਟ ਕਰ ਰਿਹਾ ਐਜੂਕੇਸ਼ਨ ਔਰ ਮੈਡੀਕਲ ਲਾਈਨ ਦੇ ਵਿੱਚ, ਜਦ ਕਿ ਇਹ ਸਾਰੇ ਜਿਹੜੇ EMPLOYEES ਨੇ 60-40 ਦੀ ਰੇਸ਼ੋ ਦੇ ਵਿੱਚ ਪੰਜਾਬ ਔਰ ਹਰਿਆਣੇ ਦੇ ਆਉਣੇ ਆ ਔਰ ਉਹ ਇਹ ਕਹਿ ਰਹੇ ਸਿਰਫ ਕੱਲਾ ਪੰਜਾਬ ਦਾ ਹੀ ਨਹੀਂ, ਇਹਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਹਰਿਆਣੇ ਦਾ ਵੀ ਨੁਕਸਾਨ ਹੋ ਰਿਹਾ। ਉਹਨਾਂ ਦੇ ਵੀ ਜਿਹੜੇ EMPLOYEES ਨੇ ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ। ਸੋ ਜਿਹੜਾ ਪੰਜਾਬ ਦੇ ਜਿਹੜੀ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਦਾ ਹੁਣ ਜਿਹੜਾ ਇਸ਼ੂ ਆ, ਕਿਸੇ ਟਾਈਮ ਤੇ ਇਲੈਕਸ਼ਨ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ, ਉਦੋਂ ਬੜੀ ਹਵਾ ਉੱਡੀ ਸੀ ਸੋਸ਼ਲ ਮੀਡੀਆ ਤੇ, ਬੇਸ਼ੱਕ ਅਸੀਂ ਤਾਂ ਕਵਰ ਨਹੀਂ ਕੀਤੀ ਇਹ ਵਾਲੀ ਗੱਲ। ਉਦੋਂ ਇਹ ਕਹਿ ਰਿਹਾ ਸੀ ਕਿ ਚੰਡੀਗੜ੍ਹ ਨੂੰ ਸ਼ਾਇਦ ਪੰਜਾਬ 'ਚ ਟ੍ਰਾਂਸਫਰ ਕਰ ਦੇਣਗੇ। ਜਿੱਦਣ ਪ੍ਰਧਾਨ ਮੰਤਰੀ ਮੋਦੀ ਨੇ ਫਿਰੋਜ਼ਪੁਰ 'ਚ ਰੈਲੀ ਕਰਨ ਦੇ ਵਾਸਤੇ ਆਏ ਸੀ ਉਦੋਂ ਇਹ ਬੜੀ ਗੱਲ ਉੱਡੀ ਸੀ। ਪਰ ਦੂਸਰੇ ਪਾਸੇ ਹੁਣ ਇਹ ਦੇਖਣ ਦੀ ਗੱਲ ਆ ਕਿ ਚੰਡੀਗੜ੍ਹ 'ਚ ਜਿਹੜਾ ਐਗਜ਼ਿਸਟਿੰਗ ਸਿਸਟਮ ਸੀਗਾ ਜਿਹਦੇ 'ਚ 60-40 ਦਾ ਰੇਸ਼ੋ ਦੀ ਸੀ, ਸਿਰਫ ਐਸੈਟਸ ਦੀ ਨਹੀਂ, EMPLOYEES ਜਾਂ ਹਿਊਮਨ ਰਿਸੋਰਸ ਦੀ ਜਿਹੜੀ ਡਿਸਟ੍ਰੀਬਿਊਸ਼ਨ ਸੀ ਉਹ ਸਾਰੇ ਦਾ ਸਾਰਾ, ਉਹਦੇ ਉੱਤੇ ਵੀ ਹੁਣ ਜਿਹੜੀਆਂ ਇਹੋ ਜਿਹੀਆਂ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੇ ਸਟੈਪਸ ਲਏ ਜਾ ਰਹੇ ਆ, ਉਹਦਾ ਪੰਜਾਬ ਦਾ ਕਲੇਮ, ਹਰਿਆਣਾ ਦਾ ਕਲੇਮ ਇਹਦੇ ਤੇ ਚੰਡੀਗੜ੍ਹ ਦੇ ਉੱਤੇ ਉਹਨੂੰ ਡਾਇਲਿਊਟ ਕੀਤਾ ਜਾ ਰਿਹਾ ਔਰ ਚੰਡੀਗੜ੍ਹ ਦਾ ਬਤੌਰ ਯੂਨੀਅਨ ਟੈਰੀਟਰੀ ਸਟੇਟਸ ਸ਼ਾਇਦ ਉਸ ਨੂੰ ਹੋਰ ਪੱਕਿਆ ਕੀਤਾ ਜਾ ਰਿਹਾ। ਪੰਦੇਰ ਸਾਹਿਬ, ਪੰਜਾਬ ਦੇ ਵਿੱਚ ਕਰਜ਼ੇ ਤੋਂ ਪਰੇਸ਼ਾਨ ਆ ਕੇ ਜਿਹੜੇ ਕਿਸਾਨ ਆਤਮ ਹੱਤਿਆ ਕਰ ਜਾਂਦੇ ਨੇ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਤਾਂ ਬਣਾਇਆ ਗਿਆ, ਪਰ ਉਸ ਪ੍ਰੋਗਰਾਮ ਅਧੀਨ ਅਰਜ਼ੀ ਜਿਹੜੀ ਦਰਜ ਕਰਾਉਣ ਦਾ ਜਿਹੜੀ ਪ੍ਰਕਿਰਿਆ, ਜਿਹੜਾ ਪ੍ਰੋਸੈਸ ਹੈ, ਉਹ ਇੰਨਾ ਜ਼ਿਆਦਾ ਪੇਚੀਦਾ ਕਿ ਬਹੁਤੀਆਂ ਅਰਜ਼ੀਆਂ ਜਿਹੜੀਆਂ ਉਹ ਖਾਰਜ ਹੋ ਜਾਂਦੀਆਂ ਨੇ, ਡਿਨਾਈ ਹੁੰਦੀਆਂ ਨੇ, ਰਿਜੈਕਟ ਹੋ ਰਹੀਆਂ ਨੇ। ਹਾਂਜੀ ਵਾਸੂ ਜੀ, ਇਹ ਬੜੀ ਹੀ ਦੁਖਦਾਈ ਇੱਕ ਸਿਚੁਏਸ਼ਨ ਆ, ਬਹੁਤ ਹੀ ਇਹਦੇ ਵਿੱਚ ਜਿਸ ਨੂੰ ਕਹਿੰਦੇ ਆ ਹਿਊਮਨ ਟ੍ਰੈਜੇਡੀ ਆ ਬਹੁਤ ਵੱਡੀ ਕਿ ਦੇਸ਼ ਦਾ ਕਿਸੇ ਟਾਈਮ ਤੇ, ਜਿਸ ਤਰ੍ਹਾਂ ਅੱਜ ਕੱਲ੍ਹ ਮੈਂ ਯੂਕਰੇਨ ਦੀਆਂ ਗੱਲਾਂ ਲੋਕਾਂ ਨੂੰ ਕਈ ਵਾਰੀ ਸਮਝਾਉਣਾ ਨਾ, ਯੂਕਰੇਨ ਕਿਸੇ ਟਾਈਮ ਤੇ ਸੋਵੀਅਤ ਯੂਨੀਅਨ ਦਾ ਪੰਜਾਬ ਸੀਗਾ, ਸਾਰੀ ਜਿਹੜੀ ਸੀ ਉਹਨਾਂ ਦੀ ਬ੍ਰੈਡ ਬਾਸਕਟ ਹੋਈ, ਕਿਸੇ ਟਾਈਮ ਤੇ ਪੰਜਾਬ ਭਾਰਤ ਦੀ ਬ੍ਰੈਡ ਬਾਸਕਟ ਸੀ ਔਰ ਉਹੀ ਅੰਨਦਾਤਾ ਜਾਂ ਕਿਸਾਨ ਜਿਹੜੇ ਸੀ, ਖੇਤ ਮਜ਼ਦੂਰ ਜਿਹੜੇ ਸਾਰੇ ਦੇਸ਼ ਦਾ ਢਿੱਡ ਭਰ ਰਹੇ ਸੀ, ਉਹ ਖੁਦਕੁਸ਼ੀਆਂ ਕਰਨ ਲੱਗ ਪਏ ਆ। ਔਰ ਸੰਗਰੂਰ ਜ਼ਿਲ੍ਹੇ ਦੀ ਹੀ ਇੱਕ ਰਿਪੋਰਟ ਹੈ ਸਾਡੇ ਸਾਹਮਣੇ, ਉਹਦੇ 'ਚ ਪਿਛਲੇ 2015 ਤੋਂ ਜਿਹੜੀ ਹੈਗੀ ਆ 823 ਐਪਲੀਕੇਸ਼ਨ ਲਾਈਆਂ ਗਈਆਂ, ਉਹਦੇ ਵਿੱਚੋਂ ਸਿਰਫ 259 ਨੂੰ ਮਨਜ਼ੂਰੀ ਮਿਲੀ, 511 ਰਿਜੈਕਟ ਕੀਤੀ ਗਈਆਂ, 52 ਹਜੇ ਵੀ ਪੈਂਡਿੰਗ ਨੇ। ਤੇ ਤੁਸੀਂ ਇਹ ਦੇਖੋ ਜੀ, ਇਹ ਫੇਲੀਅਰ ਰੇਟ ਕਿੱਡਾ ਜ਼ਬਰਦਸਤ ਆ ਕਿ ਤੁਸੀਂ ਇਹ ਦੇਖੋ ਬਈ ਆਲਮੋਸਟ 30% ਲੋਕਾਂ ਨੂੰ ਹੀ ਮੁਆਵਜ਼ਾ ਮਿਲ ਰਿਹਾ। ਵਾਸੂ ਜੀ, ਮੈਂ ਤੁਹਾਡੇ ਨਾਲ ਥੋੜਾ ਜਿਹਾ ਇਸ ਸੰਦਰਭ ਦੇ ਵਿੱਚ ਥੋੜੀ ਜਿਹੀ ਬੈਕਗਰਾਉਂਡ ਆਪਣੇ ਤੁਹਾਡੇ ਰਾਹੀਂ ਆਪਣੇ ਸਰੋਤਿਆਂ ਨਾਲ ਸਾਂਝੀ ਕਰੂੰਗਾ ਕਿ ਜਿਹੜੀਆਂ ਖੁਦਕੁਸ਼ੀਆਂ ਦਾ ਮਾਮਲਾ ਜਿਹੜਾ ਸੀ,
ਇਹ ਪਹਿਲੀ ਵਾਰੀ ਉਜਾਗਰ ਕਰਨ 'ਚ ਮੈਂ ਸਫਲ ਹੋਇਆ ਸੀ। ਇਹ ਆਲਮੋਸਟ 20-25 ਸਾਲ ਪੁਰਾਣੀ ਗੱਲ ਆ। ਉਸ ਵੇਲੇ ਮੈਂ ਭਾਰਤ ਦੇ ਬਹੁਤ ਵੱਡਾ ਪ੍ਰਸਿੱਧ ਅਖਬਾਰ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਜੇ ਤੁਸੀਂ ਉਹਨੂੰ ਦੇਖੋ ਉਹਦੀ ਪ੍ਰਸਿੱਧੀ ਵਾਸ਼ਿੰਗਟਨ ਪੋਸਟ ਔਰ ਲਾਸ ਐਂਜਲਿਸ ਟਾਈਮ ਦੇ ਬਰਾਬਰ ਮੰਨੀ ਜਾਂਦੀ ਹੈ, ਦੀ ਹਿੰਦੂ ਹੈ ਜੀ। ਉਹਦਾ ਮੈਂ ਪੰਜਾਬ ਕੋਰਸਪੋਂਡੈਂਟ ਸੀ ਔਰ ਉਸ ਵੇਲੇ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ ਇੱਕ ਜਿਹੜੀ ਹੈਗੀ ਆ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ, ਉਹਨਾਂ ਦੇ ਇੰਦਰਜੀਤ ਸਿੰਘ ਜੇਜੀ ਜੋ ਕੈਪਟਨ ਅਮਰਿੰਦਰ ਸਿੰਘ ਦੇ ਵੈਸੇ ਮਾਮਾ ਜੀ ਵੀ ਲੱਗਦੇ ਆ, ਉਹਨਾਂ ਦੇ ਨਾਲ ਰਲ ਕੇ ਅਸੀਂ ਮੂਣਕ ਇਲਾਕੇ ਦੇ ਮੂਣਕ ਪਾਤੜਾਂ ਦੇ ਆਸ-ਪਾਸ ਦੇ ਪਿੰਡਾਂ ਦੀ ਅਸੀਂ ਬਹੁਤ ਸਰਵੇ ਕੀਤਾ ਤੇ ਉਹਦੇ 'ਚ ਇਹ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਲਿਆਂਦੇ ਜੀ। ਉਦੋਂ ਵੀ ਤੁਸੀਂ ਇਹ ਦੇਖੋ 20-25 ਸਾਲ ਪਹਿਲਾਂ ਵੀ ਔਰ ਇਹ ਸਿਚੁਏਸ਼ਨ ਹਾਲੇ ਵੀ ਇਹੀ ਮੰਨੀ ਜਾਂਦੀ ਹੈ ਕਿ ਇਹ ਮੰਨਣ ਨੂੰ ਤਿਆਰ ਨਹੀਂ ਸੀ ਜਿਹੜੇ ਸਾਡਾ ਪ੍ਰਸ਼ਾਸਨ ਹੈ ਕਿ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ, ਜਦ ਕਿ ਕਰਨਾਟਕਾ ਔਰ ਆਂਧਰਾ ਦੇ ਵਿੱਚ ਮੰਨਿਆ ਜਾ ਰਿਹਾ ਸੀ। ਉਸ ਵੇਲੇ ਦੇ ਪੋਲੀਟੀਸ਼ੀਅਨ ਚਾਹੇ ਕੈਪਟਨ ਕਮਲਜੀਤ, ਉਹਨਾਂ ਦੀ ਜਿਹੜੀ ਰੂਹ ਨੂੰ ਸ਼ਾਂਤੀ ਮਿਲੇ, ਅੱਜ ਕੱਲ੍ਹ ਦੇ ਸੁਖਦੇਵ ਸਿੰਘ ਢੀਂਡਸਾ, ਬੀਬੀ ਰਜਿੰਦਰ ਕੌਰ ਭੱਠਲ ਔਰ ਹੋਰ ਵੀ ਸੀ, ਉਹ ਉਹਨਾਂ ਨੇ ਮੈਨੂੰ ਡਾਇਰੈਕਟਲੀ ਕਹਿੰਦੇ ਤੂੰ ਸਾਡੇ ਇਲਾਕੇ ਨੂੰ ਜਾਂ ਇਸ ਏਰੀਏ ਨੂੰ ਬਦਨਾਮ ਕਰ ਰਹੇ। ਸੋ ਕਾਫੀ ਜਦੋਂ ਪ੍ਰੈਸ਼ਰ ਪਿਆ ਕੈਪਟਨ ਕਮਲਜੀਤ ਨੇ ਉਦੋਂ ਫਿਰ ਆਪਣੇ ਬਜਟ ਦੇ ਵਿੱਚ ਪਹਿਲੀ ਵਾਰੀ ਇਹ 2 ਲੱਖ ਦੀ ਰਾਸ਼ੀ ਰੱਖੀ ਸੀ ਐਜ਼ ਰਿਲੀਫ, ਜਿਸ ਨੂੰ ਵਧਾ ਕੇ ਫਿਰ 3 ਲੱਖ ਕੀਤਾ ਗਿਆ। ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹ 20-25 ਸਾਲਾਂ ਦੇ ਵਿੱਚ ਸਿਚੁਏਸ਼ਨ ਇਹ ਆਈ ਆ ਕਿ ਲੋਕਾਂ ਦੇ ਜੀ ਚਲੇ ਗਏ ਔਰ ਹੁਣ ਜਿਹੜੇ ਨੋਰਮਸ ਨੇ ਉਹ ਇਹ ਕਹਿੰਦੇ ਆ ਜੀ ਜਿਹੜਾ ਮਰਿਆ ਹੋਇਆ ਉਹ ਪਹਿਲਾਂ ਤਾਂ ਆਪ ਜਿਹੜੀ ਹੈਗੀ ਆ ਜ਼ਮੀਨ ਦਾ ਮਾਲਕ ਹੋਵੇ, ਸੋ ਜਿਹੜੇ ਖੇਤ ਮਜ਼ਦੂਰ ਆ ਉਹ ਤਾਂ ਸਿੱਧੇ ਬਾਹਰ ਹੋ ਗਏ। ਦੂਸਰਾ ਜਿਹੜਾ ਹੈਗਾ ਉਹ ਇੰਸਟੀਟਿਊਸ਼ਨਲ ਡੈਟ ਹੀ ਹੋਵੇ, ਜਿਹੜਾ ਪ੍ਰਾਈਵੇਟ ਮਨੀ ਲੈਂਡਰਸ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਆੜ੍ਹਤੀਆਂ ਦਾ ਜਿਹੜਾ ਕਰਜ਼ਾ ਵਾ ਉਹਨਾਂ ਦਾ ਉਹ ਅਥਾਰਟੀਜ਼ ਮੰਨਣ ਨੂੰ ਤਿਆਰ ਨਹੀਂ। ਪਰ ਤੁਸੀਂ ਇਹ ਦੇਖੋ ਵਾਸੂ ਜੀ, ਕਮਾਲ ਦੀ ਗੱਲ ਤਾਂ ਇਹ ਆ ਬਈ ਤੁਸੀਂ ਉਹਨਾਂ ਨੂੰ ਰਿਲੀਫ ਤਾਂ ਦੇ ਨਹੀਂ ਸਕਦੇ। ਜਿੱਦਣ ਆੜ੍ਹਤੀਆ ਕੋਰਟ 'ਚ ਚਲਾ ਜਾਂਦਾ ਉਹਦੀ ਕੁਰਕੀ ਕਰ ਦਿੰਦੇ ਹੋ ਵੀ ਹਾਂਜੀ ਇਹਨਾਂ ਨੇ ਮੇਰੇ ਤੋਂ ਕਰਜ਼ਾ ਲਿਆ ਸੀ, ਇਹ ਮੇਰਾ ਕਰਜ਼ਾ ਵਾਪਸ ਨਹੀਂ ਕਰਦੇ। ਆੜ੍ਹਤੀਏ ਦੇ ਕਹੇ ਦੇ ਉੱਤੇ ਜ਼ਮੀਨ ਦੀ ਕੁਰਕੀ ਹੋ ਜਾਂਦੀ ਹੈ। ਪਰ ਜਿੱਦਣ ਜਿਹੜਾ ਕਿਸਾਨ ਆ ਉਸੇ ਆੜ੍ਹਤੀਏ ਦੇ ਕਰਜ਼ੇ ਕਰਕੇ ਆਪਣੀ ਖੁਦਕੁਸ਼ੀ ਕਰ ਲੈਂਦਾ, ਉਹਨੂੰ ਤੁਸੀਂ ਮੁਆਵਜ਼ਾ ਨਹੀਂ ਦੇਣਾ। ਤੇ ਜਿਹੜਾ ਹੈਗੇ ਉੱਥੋਂ ਦੇ ਜੁਆਇੰਟ ਡਾਇਰੈਕਟਰ ਨੇ ਐਗਰੀਕਲਚਰ ਡਿਪਾਰਟਮੈਂਟ ਦੇ, ਉਹ ਕਹਿੰਦੇ ਜੀ ਸਾਰੀਆਂ ਫਾਰਮੈਲਿਟੀਜ਼ ਕੰਪਲੀਟ ਕਰਕੇ ਜਿਹੜੇ ਜਾਇਜ਼ ਕੇਸ ਨੇ ਅਸੀਂ ਉਹਨਾਂ ਨੂੰ ਦਿੰਦੇ ਆ। ਸੋ ਪਰ ਜਿਹੜਾ ਇਹ ਦੁਖਾਂਤ ਹੈ ਕਿ ਇੱਕ ਕਿਸਾਨ ਮਰ ਜਾਂਦਾ, ਬਾਅਦ ਚੋਂ ਟੱਬਰ ਰਹਿ ਜਾਂਦਾ, ਫਿਰ ਉੱਪਰੋਂ ਦੀ ਕਰਜ਼ਾ ਵੀ ਨਾਲੇ ਰਹਿ ਜਾਂਦਾ, ਉਹਨੂੰ ਕੋਈ ਰਿਲੀਫ ਨਹੀਂ ਮਿਲਦਾ, ਪਰਿਵਾਰ ਨੂੰ ਵਾਪਸ ਲੀਹਾਂ ਤੇ ਆਪਣੇ ਆਪ ਨੂੰ ਲਿਆਉਣ ਵਾਸਤੇ ਕੋਈ ਵਸੀਲਾ ਨਹੀਂ ਹੈ ਉਹਨਾਂ ਦੇ ਕੋਲੇ। ਉਹਦੇ ਵਾਸਤੇ ਹਾਲੇ ਵੀ ਸਰਕਾਰਾਂ, ਬੇਸ਼ੱਕ ਅਸੀਂ ਕਿੰਨੇ ਵੱਡੇ ਵੱਡੇ ਦਮਗਜੇ ਮਾਰ ਲਏ, ਸਾਡਾ ਕਿਸਾਨੀ ਅੰਦੋਲਨ ਵੀ 380 ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਰਿਹਾ, ਮਾਮਲਾ ਹਾਲੇ ਵੀ ਉਵੇਂ ਦਾ ਉਵੇਂ ਹੀ ਖੜਾ, ਜਿਉਂਦਾ ਤਿਉਂ। ਜਿਸ ਤਰ੍ਹਾਂ ਮੈਂ 20-25 ਸਾਲ ਪਹਿਲਾਂ ਇਹਦੀਆਂ ਪਹਿਲੀਆਂ ਖਬਰਾਂ ਕੀਤੀਆਂ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕੁਛ ਸ਼ਬਦੀ ਜਿਹੜੀ ਹੈਗੀ ਆ ਲੈਵਲ ਦੇ ਉੱਤੇ ਜਾਂ ਇੱਕਾ ਦੁੱਕਾ ਜਿਹੜੀ ਕਾਸਮੈਟਿਕ ਰਿਲੀਫ ਦੀ ਗੱਲ ਕਰਦੇ ਆ, ਪਰ ਬੁਨਿਆਦੀ ਮੁੱਦਾ ਉਸੇ ਦਾ ਜਿਉਂਦਾ ਤਿਉਂ ਖੜਾ ਜੀ। ਬੰਦੇਰ ਸਾਹਿਬ, ਹਾਈ ਕੋਰਟ ਨੇ ਰਿਪੋਰਟ ਮੰਗੀ ਹੈ ਸਰਕਾਰ ਤੋਂ, ਕਹਿੰਦੇ ਵੀ ਜਿਹੜਾ ਤੁਸੀਂ ਡਰੱਗ ਸਾਰਾ ਜ਼ਬਤ ਕੀਤਾ ਉਹਦਾ ਬਣਿਆ ਕੀ, ਕਹਿੰਦੇ ਸਾਨੂੰ ਰਿਪੋਰਟ ਦਿਓ, ਸਟੇਟਸ ਰਿਪੋਰਟ ਚਾਹੀਦੀ ਹੈ। ਵਾਸੂ ਜੀ, ਆਏ ਦਿਨ ਅਸੀਂ ਖਬਰਾਂ ਸੁਣਦੇ ਹਾਂ, ਕਿਤੇ ਡਰੱਗਸ ਫੜ ਲਈਆਂ, ਕਦੇ ਕਿੰਨੇ ਕਰੋੜਾਂ ਦੀ ਹੈਰੋਇਨ ਫੜ ਲਈ, ਕਿਤੇ ਗਾਂਜਾ ਫੜ ਲਿਆ, ਕਿਤੇ ਸਮੈਕ ਫੜ ਲਈ, ਕਿਤੇ ਆ ਜਿਹੜੀਆਂ ਸਿੰਥੈਟਿਕ ਡਰੱਗਸ ਨੇ ਉਹ ਫੜੀਆਂ ਜਾਂਦੀਆਂ ਨੇ। ਹੁਣ ਪਿਛਲੇ ਦਿਨੀ ਅਸੀਂ ਆਪਣੇ ਸਰੋਤਿਆਂ ਨਾਲ ਸਾਂਝਾ ਕੀਤਾ ਸੀ ਕਿ ਚੋਣਾਂ ਦੇ ਦੌਰਾਨ ਕਿੰਨੇ ਲੱਖ ਲੀਟਰ ਜਿਹੜੀ ਸ਼ਰਾਬ ਔਰ ਲਾਣ ਹੀ ਫੜਿਆ ਗਿਆ। ਉਹਦਾ ਵੀ ਜਿਹੜੀ ਸੀਗਾ ਐਡਮਿਨਿਸਟ੍ਰੇਸ਼ਨ ਨੂੰ, ਜਿਹੜੀ ਸਾਡਾ ਪ੍ਰਸ਼ਾਸਨ ਆ, ਉਹਨੂੰ ਇੱਕ ਦਿੱਕਤ ਖੜੀ ਹੋਈ ਹੈ ਕਿ ਉਸ ਲਾਣ ਔਰ ਸ਼ਰਾਬ ਦਾ ਕੀ ਕਰੀਏ, ਉਹਨੂੰ ਡਿਸਪੋਜ਼ ਆਫ ਕਿੱਥੇ ਕਰਨਾ। ਸੋ ਦੂਸਰੇ ਪਾਸੇ ਜਿਹੜੀਆਂ ਇਹ ਡਰੱਗਸ ਜਿਹੜੀਆਂ ਫੜੀਆਂ ਜਾਂਦੀਆਂ ਨੇ, ਅਫੀਮ, ਭੁੱਕੀ ਵਗੈਰਾ, ਜਾਂ ਜਿਹੜੀ ਹੈਰੋਇਨ, ਸਮੈਕ, ਜਾਂ ਜਿਹੜੀਆਂ ਸਿੰਥੈਟਿਕ ਡਰੱਗਸ ਜਿਨ੍ਹਾਂ ਦਾ ਅਸੀਂ ਪਹਿਲਾਂ ਹੁਣੇ ਜ਼ਿਕਰ ਕਰ ਰਹੇ ਹਾਂ, ਔਰ ਉਹਨਾਂ ਦਾ ਉਹ ਮਾਲਖਾਨਿਆਂ 'ਚ ਪਈ ਰਹਿੰਦੀ ਹੈ ਕਈ ਵਾਰੀ। ਔਰ ਫਿਰ ਇਲਜ਼ਾਮ ਇਹ ਲੱਗਦੇ ਆ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹੀ ਇਹਨੂੰ ਵੇਚ ਦਿੰਦੇ। ਸੋ ਹਾਈ ਕੋਰਟ ਨੇ ਇਹ, ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਹਾਈ ਕੋਰਟਸ ਨੂੰ ਇਸ ਨੂੰ ਮੋਨੀਟਰ ਕਰਨ ਦੀਆਂ। ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ, ਹਰਿਆਣਾ ਦੀ ਸਰਕਾਰ ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਕਿ ਤੁਸੀਂ ਸਾਨੂੰ ਸਟੇਟਸ ਰਿਪੋਰਟ ਦਿਓ ਕਿ ਜਿਹੜੇ ਹੁਣ ਤੱਕ ਤੁਸੀਂ ਜ਼ਬਤ ਕੀਤਾ ਜਿਹੜਾ ਮਾਲ ਹੈ, ਜਿੰਨਾ ਵੀ ਇਹ ਜਿਹੜਾ ਇਲੀਗਲ ਮਟੀਰੀਅਲ ਹੈ, ਇਸ ਨੂੰ ਜਿਹੜੇ ਕੇਸਿਸ ਦੇ ਵਿੱਚ ਪ੍ਰੋਸੀਡ ਹੋ ਰਹੇ ਨੇ, ਬਈ ਐਵੀਡੈਂਸਿਸ ਹੋ ਚੁੱਕੇ ਆ ਜਾਂ ਜਿਹੜੇ ਕੇਸ ਨਿਪਟ ਚੁੱਕੇ ਆ, ਉਹਨਾਂ ਦਾ ਜਿਹੜਾ ਜ਼ਬਤ ਕੀਤਾ ਹੋਇਆ ਮਾਲ ਆ ਉਹਦਾ ਕੀਤਾ ਕੀ,
ਉਹ ਤੁਹਾਡੇ ਮਾਲਖਾਨੇ 'ਚ ਪਿਆ। ਇਹਨਾਂ ਨੂੰ ਖਤਮ ਕਰਨਾ ਹੁੰਦਾ। ਕਦੇ ਕਦੇ ਸਾਨੂੰ ਖਬਰ ਮਿਲਦੀ ਹੁੰਦੀ ਹੈ ਕਿ ਜੀ ਕਿਸੇ ਦੂਰ ਦਰਾਜ ਕਿਸੇ ਰੋਹੀ ਜਾਂ ਬੰਜਰ ਜਗ੍ਹਾ ਤੇ ਜਾ ਕੇ ਇਹਨੂੰ ਇਸ ਸਮਾਨ ਨੂੰ ਅੱਗ ਲਗਾ ਦਿੱਤੀ ਗਈ ਜਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਤਬਾਹ ਕੀਤਾ ਗਿਆ। ਸੋ ਹੁਣ ਉਹ ਕਈ ਦਿਨਾਂ ਤੋਂ ਰਿਪੋਰਟ ਆ ਨਹੀਂ ਰਹੀ, ਪਿਲਫਰੇਜ ਫੇਰ ਹੋ ਰਹੀ ਆ, ਡਰੱਗ ਐਡਿਕਸ਼ਨ ਵੱਧ ਰਹੀ ਆ। ਸੋ ਇਹਦੇ ਜਿਹੜੇ ਇਲਜ਼ਾਮ ਨੇ ਕਿ ਜਿਹੜਾ ਅਸੀਂ ਪਹਿਲਾਂ ਵੀ ਗੱਲ ਕਰਦੇ ਆ ਪੋਲੀਟੀਸ਼ੀਅਨ ਪੁਲਿਸ ਔਰ ਸਮਗਲਰ ਦਾ ਆਪਸ ਦੇ ਵਿੱਚ ਨੈਕਸਸ ਹੈ। ਜਦੋਂ ਜ਼ਬਤ ਕੀਤਾ ਹੋਇਆ ਮਾਲ ਆ ਉਹ ਇਹ ਮਟੀਰੀਅਲ ਆ, ਇਹਦਾ ਕੀ ਬਣਦਾ ਹੋਊਗਾ? ਸਾਡੇ ਸਰੋਤੇ ਭਲੀ ਭਾਂਤ ਜਾਣਦੇ ਨੇ ਉਹ ਕੀ ਹੁੰਦਾ ਉਹਦੇ ਨਾਲ। ਉਹਦੇ ਵਾਸਤੇ ਹਾਈ ਕੋਰਟ ਨੇ ਬਹੁਤ ਹੁਣ ਸਖਤ ਕਾਰਵਾਈ ਕੀਤੀ ਹੈ। ਨਾਲ ਦੀ ਨਾਲ ਇਹਨਾਂ ਜਿਹੜੀਆਂ ਸਰਕਾਰਾਂ ਨੂੰ ਇਹ ਕਿਹਾ ਤੁਸੀਂ ਇਹ ਸਟੇਟਸ ਰਿਪੋਰਟ ਹੁਣ ਹਾਈ ਕੋਰਟ ਦੇ ਵਿੱਚ ਹਰ 6 ਮਹੀਨਿਆਂ ਬਾਅਦ ਆਪਣੇ ਆਪ ਦਾਖਲ ਕਰਨੀ। ਪੰਦੇਰ ਸਾਹਿਬ, ਇੱਕ ਜਿਹੜਾ ਜੱਸੀ ਆਨਰ ਕਿਲਿੰਗ ਕੇਸ ਸੀਗਾ, ਜਸਵਿੰਦਰ ਕੌਰ ਜੀ ਉਹਨਾਂ ਦੀ ਆਨਰ ਕਿਲਿੰਗ ਹੋਈ ਸੀ, ਉਸ ਮਾਮਲੇ ਵਿੱਚ ਹਾਈ ਕੋਰਟ ਨੇ ਉਹਨਾਂ ਦੇ ਮਾਮਾ ਜੀ ਨੂੰ ਬੇਲ ਦੇ ਦਿੱਤੀ ਹੈ। ਬਿਲਕੁਲ ਇਹ ਸਨਸਨੀ ਮੈਨੂੰ ਅਜੇ ਵੀ ਯਾਦ ਹੈ ਕਿ ਸਨ 2000 ਜੂਨ ਦਾ ਗੱਲ ਸੀਗੀ ਜੀ ਇਹ ਕਿ ਜਿਹੜੀ ਇੰਡੋ ਕੈਨੇਡੀਅਨ ਲੜਕੀ ਸੀ ਜਸਵਿੰਦਰ ਕੌਰ, ਜਿਸਨੂੰ ਜੱਸੀ ਵੀ ਕਿਹਾ ਜਾਂਦਾ ਸੀ, ਉਹ ਆਪਣੇ ਹਸਬੈਂਡ ਕਹਿ ਲਓ ਜਾਂ ਜੋ ਵੀ ਸੀਗੇ ਸਾਥੀ ਸੁਖਵਿੰਦਰ ਸਿੰਘ ਕਹਿ ਲਓ, ਕਈ ਲੋਕਾਂ ਨੂੰ ਉਹਨਾਂ ਦੀ ਵਿਆਹ ਦੇ ਉੱਤੇ ਯਕੀਨ ਨਹੀਂ ਹੈਗਾ, ਨਹੀਂ ਮੰਨਦੇ ਉਸ ਨੂੰ। ਮੈਂ ਉਹਨਾਂ ਦੀ ਵੀ ਸਾਰਿਆਂ ਦੀ ਗੱਲ ਕਰ ਲੈਂਦੇ ਹਾਂ। ਉਹ ਲੁਧਿਆਣੇ ਦੇ ਕੋਲੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਜੱਸੀ ਨੂੰ, ਔਰ ਸੁਖਵਿੰਦਰ ਨੂੰ ਬੜਾ ਗੰਭੀਰ ਸੱਟਾਂ ਮਾਰੀਆਂ ਸੀ ਔਰ ਉਹ ਕੇਸ ਬੜਾ ਸਨਸਨੀਖੇਜ਼ ਬਣਿਆ। ਇਹਦੇ ਉੱਤੇ ਤੁਸੀਂ ਸਾਨੂੰ ਇਹ ਵੀ ਯਾਦ ਹੋਣਾ ਕਿ ਫਿਲਮਾਂ ਵੀ ਬਣੀਆਂ ਸੀਗੀਆਂ ਔਰ ਫਿਲਮਾਂ ਕਾਫੀ ਦੇਰ ਉਹ ਕਈ ਤਾਂ ਜਿਹੜੀਆਂ ਹੈਗੀਆਂ ਅਵਾਰਡਸ ਵੀ ਲੈ ਕੇ ਗਈਆਂ। ਸੋ ਔਰ ਹੋਇਆ ਕੀ ਤੇ ਇਹ ਕੇਸ ਚੱਲਣ ਦੀ ਇੰਨਾ ਹੌਲੀ ਹੌਲੀ ਚੱਲਿਆ, ਐਕਸਟ੍ਰੈਡੀਸ਼ਨ ਪਾਲਿਸੀਜ਼ ਵੀ ਬੜੀਆਂ ਪ੍ਰੋਬਲਮ ਨੇ। ਤੇ 2019 ਦੇ ਵਿੱਚ ਜਿਹੜੇ ਜੱਸੀ ਦਾ ਮਾਮਾ ਜਿਹੜਾ ਹੈ ਸੁਰਜੀਤ ਸਿੰਘ, ਮਦਰ ਨੂੰ ਤਾਂ ਪਹਿਲਾਂ ਉਹਨਾਂ ਨੇ ਕਰ ਲਿਆ ਸੀ ਕਾਬੂ, ਤੇ ਮਾਮਾ ਨੂੰ ਜਿਹੜਾ ਸੀ ਐਕਸਟ੍ਰਾਡਾਈਟ ਕੀਤਾ ਜਨਵਰੀ 2019 ਦੇ ਵਿੱਚ। ਤੇ ਕੈਨੇਡਾ ਦੇ ਵਿੱਚ ਮੈਨੂੰ ਇਹ ਪਤਾ ਲੱਗਿਆ ਸ਼ਾਇਦ ਜਨਵਰੀ 2012 ਦੇ ਵਿੱਚ ਕੈਨੇਡਾ ਨੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸੀ। ਸੋ ਇਹ ਹੁਣ ਉਹਨਾਂ ਨੇ ਇੱਕ ਪਟੀਸ਼ਨ ਲਗਾਈ ਕਿ ਜੀ ਜਿਹੜੇ ਮੇਰੇ ਕੇਸ ਮੇਰੇ ਦੇ ਉੱਤੇ ਬਣਦੇ ਆ ਕਿ ਮੈਂ ਆਲਰੇਡੀ 3 ਸਾਲ ਇੰਡੀਆ ਤੇ 7 ਸਾਲ ਕੈਨੇਡਾ ਦੇ ਵਿੱਚ ਕਸਟਡੀ ਦੇ ਵਿੱਚ ਮੈਂ ਆਲਰੇਡੀ ਕਰ ਚੁੱਕਿਆ ਤੇ ਹੁਣ ਮੇਰਾ ਜਿਹੜੀ ਹੈਗੀ ਆ ਬੇਲ ਬਣਦੀ ਆ। ਪਰ ਇਹਦਾ ਜਿਹੜੇ ਕੰਪਲੇਨੈਂਟ ਹੈ ਜੋ ਸੁਖਵਿੰਦਰ ਸਿੰਘ ਸੀ ਜੋ ਬਚ ਗਿਆ ਸੀ ਇਸ ਅਟੈਕ ਦੇ ਵਿੱਚੋਂ, ਉਹਨਾਂ ਨੇ ਕਿਹਾ ਕਿ ਜੀ ਇਹ ਬੇਲ ਨਹੀਂ ਬਣਦੀ ਤੇ ਇੱਕ ਕਨਸਪੀਰੇਸੀ ਹੋਈ ਆ। ਇਹ ਬਹੁਤ ਬਰੂਟਲ ਜਿਹੜਾ ਸੀ ਇਨਸੀਡੈਂਟ ਹੈਗਾ ਜਿਹਦੇ ਨਾਲ ਕੱਲਾ ਉਹੀ ਨਹੀਂ ਬਹੁਤ ਸਮਾਜ ਨੂੰ ਵੀ ਸੱਟ ਵੱਜੀ ਹੈ ਤੇ ਉਹ ਨਹੀਂ ਬਣਦੀ, ਬੇਲ ਨਹੀਂ ਬਣਦੀ। ਪਰ ਕੋਰਟ ਨੇ ਜਿਹੜੇ ਇਹਦੇ ਸੁਰਜੀਤ ਸਿੰਘ ਦੇ ਜਿਹੜਾ ਵਕੀਲ ਆ ਉਹ ਕਹਿੰਦੇ ਜੀ ਇਹ ਹੁਣ 75 ਸਾਲ ਦੀ ਉਮਰ ਹੋ ਗਈ ਆ ਤੇ ਹੁਣ ਇਹਨਾਂ ਦੀ ਬਣਦੀ ਵੀ ਆ ਸਾਲ ਦਾ ਸਾਲ। ਔਰ ਜਿਹੜੇ ਕੋ ਐਕਿਊਜ਼ਡ ਆ ਮਲਕੀਤ ਕੌਰ ਸਿੱਧੂ ਜੋ ਜੱਸੀ ਦੀ ਮਦਰ ਆ, ਉਹਨਾਂ ਨੂੰ ਪਹਿਲਾਂ ਰੈਗੂਲਰ ਬੇਲ ਮਿਲ ਚੁੱਕੀ ਆ ਹਾਈ ਕੋਰਟ ਵੱਲੋਂ। ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਜਸਟਿਸ ਸਾਂਗਵਾਨ ਨੇ ਉਹਨਾਂ ਨੇ ਕਿਹਾ ਕਿ ਐਲਡਰਲੀ ਪਰਸਨ ਹੈ ਬਈ ਕਾਫੀ ਦੇਰ ਜਿਹੜੀ ਹੈਗਾ ਕਸਟਡੀ ਦੇ ਵਿੱਚ ਕਹਿ ਵੀ ਚੁੱਕੇ ਆ, ਸੋ ਰੈਗੂਲਰ ਬੇਲ ਬਣਨਾ ਮਿਲ ਸਕਦੀ ਆ ਤੇ ਉਹ ਬੇਲ ਦੇ ਸ਼ੋਰਿਟੀ ਬੌਂਡਸ ਜੇ ਉਹ ਆਪਣੀਆਂ ਬਾਕੀ ਦੀਆਂ ਕੰਡੀਸ਼ਨ ਪੂਰੀਆਂ ਕਰਦੇ ਆ, ਪਾਸਪੋਰਟ ਉਹਨਾਂ ਦਾ ਰਿਲੀਜ਼ ਨਹੀਂ ਹੋਵੇਗਾ ਔਰ ਉਹਨਾਂ ਨੂੰ ਇੰਡੀਆ ਛੱਡ ਕੇ ਜਾਣ ਦੀ ਪਰਮਿਸ਼ਨ ਨਹੀਂ ਮਿਲੇਗੀ। ਤੇ ਪੰਦੇਰ ਸਾਹਿਬ, ਯੂਪੀ ਦੇ ਵਿੱਚ ਅਮਿਤ ਸ਼ਾਹ ਨੇ ਕਿਹਾ, ਕਹਿੰਦੇ ਕਿ ਯੋਗੀ ਆਦਿੱਤਿਆਨਾਥ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਕਹਿੰਦੇ ਉਹਨਾਂ ਦੀ ਗੱਲ ਹੋਣੀ, ਕਹਿੰਦੇ ਇਹ ਗੱਲ ਸੁਭਾਵਕ ਹੈ ਕਿ ਨਰਿੰਦਰ ਮੋਦੀ ਤੋਂ ਬਾਅਦ ਉਹੀ ਪ੍ਰਧਾਨ ਮੰਤਰੀ ਬਣਨਗੇ, ਪਰ ਪਹਿਲਾਂ ਤਾਂ ਸਵਾਲ ਮੁੱਖ ਮੰਤਰੀ ਬਣਨ ਦਾ। ਸੋ ਕੀ ਇਹ ਵੋਟਾਂ ਹਾਸਲ ਕਰਨ ਵਾਸਤੇ ਬਿਆਨ ਦਿੱਤਾ ਗਿਆ ਕਿ ਇਹਦੇ ਵਿੱਚ ਵਾਕਈ ਕੋਈ ਵਜ਼ਨ ਹੈ? ਬਿਲਕੁਲ ਵਾਸੂ ਜੀ, ਤੁਸੀਂ ਆਪਣੇ ਸਵਾਲ 'ਤੇ ਜਵਾਬ ਦੇਤਾ ਕਿ ਪੰਜਾਬ 'ਚ ਵੀ ਅਸੀਂ ਦੇਖਿਆ ਸੀ ਕਿ ਚਰਨਜੀਤ ਚੰਨੀ ਨੂੰ ਵੀ ਮੁੱਖ ਮੰਤਰੀ ਬਣਾਓ, ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਬਣਾਓ, ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਓ, ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਓ ਤਾਂ ਕਿ ਸ਼ਾਇਦ ਸਾਨੂੰ ਵੋਟਾਂ ਮਿਲ ਜਾਣ, ਸਾਡੇ ਜਿਹੜੇ ਕਾਡਰਸ ਨੇ ਉਹ ਇਨਫਲੂਐਂਸ ਹੋ ਜਾਣ। ਬਿਲਕੁਲ ਤੁਸੀਂ ਠੀਕ ਗੱਲ ਵੱਲ ਇੰਡੀਕੇਟ ਕੀਤਾ ਕਿ ਯੂਪੀ ਦੇ ਵਿੱਚ ਬੀਜੇਪੀ ਬਹੁਤ ਹੀ ਸਖਤ ਸੰਘਰਸ਼ ਦੇ ਵਿੱਚ ਫਸੀ ਹੋਈ ਹੈ। ਦੂਸਰੇ ਪਾਸੇ ਜੇ ਰਿਪੋਰਟਸ ਸਾਹਮਣੇ ਨੇ, ਬੇਸ਼ੱਕ ਅਸਲੀ ਤਾਂ
ਸਾਨੂੰ ਮਾਰਚ 10 ਨੂੰ ਪਤਾ ਲੱਗੂਗਾ। ਉੱਥੇ ਡਾਇਰੈਕਟ ਕੰਟੈਸਟ ਹੈ। ਪੰਜਾਬ ਦੇ ਵਿੱਚ ਤਾਂ ਬਹੁਤ ਕੋੜੀ ਕੰਟੈਸਟ ਹੋ ਗਿਆ, ਕਈ ਜਗ੍ਹਾ ਤੇ ਪੰਜਾਬ ਦਾ 5 ਜਿਹੜਾ ਹੈਗਾ ਕਾਰਨਰਸ ਨੇ, ਕਿਤੇ 7-7 8-8 ਕਾਰਨਰ ਦਾ ਵੀ ਕੰਟੈਸਟ ਹੈ। ਪਰ ਜੇ ਤੁਸੀਂ ਉੱਥੇ ਦੇਖੋ, ਉੱਥੇ ਡਾਇਰੈਕਟ ਕੰਟੈਸਟ ਹੈ, ਬਿਕੋਜ਼ ਜਿਹੜੀ BSP ਦਾ ਕੰਟੈਸਟ ਉੱਥੇ ਥੋੜਾ ਜਿਹਾ ਇਸ ਵਾਰ ਵੀਕ ਮੰਨਿਆ ਜਾ ਰਿਹਾ। ਕਾਂਗਰਸ ਵੀ ਵੀਕ ਮੰਨੀ ਜਾ ਰਹੀ ਹੈ। BJP ਦਾ ਕੰਟੈਸਟ ਸਮਾਜਵਾਦੀ ਪਾਰਟੀ ਨਾਲ ਡਾਇਰੈਕਟ ਮੰਨਿਆ ਜਾ ਰਿਹਾ, ਔਰ ਕਾਫੀ ਕਿਸਾਨਾਂ ਦੀ ਸਪੋਰਟ ਜਿਹੜੀ ਹੈ ਕਿਸਾਨ ਅੰਦੋਲਨ ਤੋਂ ਬਾਅਦ ਉਹ ਸਮਾਜਵਾਦੀ ਪਾਰਟੀ ਔਰ ਰਾਸ਼ਟਰੀ ਲੋਕ ਦਲ ਦਾ ਜਿਹੜਾ ਗਠਬੰਧਨ ਆ ਉਹਦੇ ਨਾਲ ਹੈ। ਸੋ ਅਮਿਤ ਸ਼ਾਹ ਜੋ ਭਾਰਤ ਦੇ ਗ੍ਰਹਿ ਮੰਤਰੀ ਨੇ, BJP ਦੇ ਕਿਸੇ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਵੀ ਸੀ, BJP ਨੂੰ ਇਸ ਲੈਵਲ ਦੇ ਉੱਤੇ ਆਰਗੇਨਾਈਜ਼ ਕਰਨ ਦੇ ਵਿੱਚ ਕਾਫੀ ਉਹਨਾਂ ਦਾ ਯੋਗਦਾਨ ਹੈ। ਉਹਨਾਂ ਨੂੰ BJP ਦਾ ਜਿਹੜਾ ਵਰਕਰ ਆ ਉਹ ਕਾਫੀ ਧਿਆਨ ਨਾਲ ਵੀ ਸੁਣਦਾ, ਔਰ ਉਹਨਾਂ ਨੇ UP ਦੇ ਵਿੱਚ ਆਪਣੇ BJP ਦੇ ਵਰਕਰਸ ਨੂੰ ਹੱਲਾਸ਼ੇਰੀ ਦੇਣ ਵਾਸਤੇ ਆਈ ਥਿੰਕ ਇਹ ਕਿਹਾ ਕਿ ਸਕਸੈਸ਼ਨ ਜਿਹੜੀ ਹੁੰਦੀ ਆ, ਜੇ ਨਰਿੰਦਰ ਮੋਦੀ ਤੋਂ ਬਾਅਦ ਕਿਹਨੂੰ ਅਸੀਂ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਆ, ਇਹਦੀ ਕਈ ਲੈਵਲ ਦੇ ਉੱਤੇ ਈਵਨ RSS ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਕਿ ਯੋਗੀ ਆਦਿੱਤਿਆਨਾਥ ਨੂੰ ਬਣਾਇਆ ਜਾਵੇ। ਔਰ ਜਿਹੜਾ ਕੁਝ ਹਿੰਦੂਤਵਾਦ ਦੀਆਂ ਪਾਲਿਸੀਜ਼ ਦੇ ਉੱਤੇ ਲੋਕੀ ਚੱਲਦੇ ਆ, ਉਹ ਵੀ ਇਸ ਗੱਲ ਦੀ ਹਾਮੀ ਭਰਦੇ ਆ। ਸੋ ਉਸ ਸੈਕਸ਼ਨ ਨੂੰ ਅਪੀਲ ਕਰਦੇ ਹੋਏ ਅਮਿਤ ਸ਼ਾਹ ਉਹਨਾਂ ਨੇ ਕਿਹਾ ਕਿ ਇਹ ਇੱਕ ਸੁਭਾਵਕ ਗੱਲ ਹੈ ਵੀ ਜਿਹੜੇ ਯੋਗੀ ਆਦਿੱਤਿਆਨਾਥ ਹੈ ਉਹਨਾਂ ਨੂੰ ਅਗਲੇ ਪ੍ਰਧਾਨ ਮੰਤਰੀ ਵਾਸਤੇ ਲੋਕੀ ਉਹਨਾਂ ਦੀ ਗੱਲ ਕਰਦੇ ਆ, ਕਿਉਂਕਿ UP ਵਰਗੇ ਜਿਹੜਾ ਸੂਬਾ ਸੀ ਜਿਹਦੇ ਵਿੱਚ ਗੁੰਡਾਗਰਦੀ, ਰਿਸ਼ਵਤਖੋਰੀ, ਲੋਕਾਂ ਦਾ ਜਿਹੜਾ ਸੀ ਉਹ ਕਹਿੰਦੇ ਜੀ ਲੋਕਾਂ ਦਾ ਧੱਕਾ, ਔਰ ਦੂਸਰੇ ਪਾਸੇ ਪਰਿਵਾਰਵਾਦ, ਉਹਨੇ ਲੋਕਾਂ ਦਾ ਘਾਣ ਕੀਤਾ। ਉਹਨੂੰ ਸਾਰਾ ਜਿਹੜਾ ਸਿਸਟਮ ਸੀ ਉਹਨੂੰ ਪਲਟ ਕੇ ਰੱਖ ਦਿੱਤਾ ਯੋਗੀ ਆਦਿੱਤਿਆਨਾਥ ਨੇ। ਔਰ ਇੱਥੇ ਤੱਕ ਉਹਨਾਂ ਨੇ ਯੋਗੀ ਆਦਿੱਤਿਆਨਾਥ ਦੀਆਂ ਜਿਹੜੀਆਂ ਅਚੀਵਮੈਂਟਸ ਨੇ ਉਹ ਗਿਣਾਈਆਂ ਕਿ ਤੁਸੀਂ ਇਹ ਦੇਖੋ, ਕਹਿੰਦੇ ਜੀ 30 ਤਾਂ ਮੈਡੀਕਲ ਕਾਲਜ ਹੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਖੁਲਵਾ ਦਿੱਤੇ, 2 ਏਮਸ ਦੇ ਇੰਸਟੀਚਿਊਟ, ਫਿਰ ਇੱਕ ਰਿਸਰਚ ਸੈਂਟਰ ਜਿਹੜਾ ਜੈਪਨੀਜ਼ ਇਨਸੈਫਲਾਈਟਿਸ ਦੇ ਵਾਸਤੇ ਆ ਉਹ ਖੋਲਿਆ ਗਿਆ। ਔਰ ਜਿਹੜੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ ਉਹਨਾਂ ਨੇ 10 ਨਵੀਆਂ ਯੂਨੀਵਰਸਿਟੀਆਂ ਖੋਲੀਆਂ, 77 ਨਵੇਂ ਕਾਲਜ ਖੋਲੇ, ਔਰ 1,40,000 ਜਿਹੜੇ ਪੁਰਾਣੇ ਕਾਲਜ ਸੀ ਉਹਨਾਂ ਨੂੰ ਰੀਕਨਸਟਰਕਟ ਔਰ ਰੀਡਿਵੈਲਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਸਾਰੇ ਦਾ ਸਾਰਾ, ਔਰ ਕਹਿੰਦੇ ਜੀ ਜਿਹੜਾ ਮਾਫੀਆ ਰਾਜ ਸੀ ਉਹਦੀ ਲੱਕ ਤੋੜ ਕੇ ਰੱਖ ਦਿੱਤਾ ਇਹਦੇ ਵਿੱਚ। ਸੋ ਜਿਹੜਾ ਹੈਗਾ ਮੋਦੀ, ਜਿਹੜੇ ਹੈਗਾ ਨਰਿੰਦਰ ਮੋਦੀ ਤੋਂ ਬਾਅਦ ਜਿਹੜੇ ਅਗਲੇ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਅਗਰ ਯੋਗੀ ਆਦਿੱਤਿਆਨਾਥ ਨਹੀਂ ਹੋਣਗੇ ਤਾਂ ਇਹਨੂੰ ਇਹ ਸੁਭਾਵਕ ਹੀ ਮੰਨਣਾ ਚਾਹੀਦਾ ਕਿ ਔਰ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਯਾਦ ਕਰਾਇਆ ਕਿ ਪਿਛਲੀਆਂ 5 ਸਾਲ ਪਹਿਲਾਂ UP ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਜਿਹੜੀ ਪਰਫਾਰਮੈਂਸ ਜਾਂ ਉਹਨਾਂ ਦਾ ਚਿਹਰਾ ਦੇਖ ਕੇ ਜਾਂ ਸਾਰੀ ਸੀ, ਬੇਸ਼ੱਕ ਯੋਗੀ ਆਦਿੱਤਿਆਨਾਥ ਨੂੰ ਤਾਂ ਉਦੋਂ ਉਹਨਾਂ ਨੇ CM ਨਹੀਂ ਸੀ ਐਲਾਨਿਆ, ਔਰ ਫਿਰ ਬਾਅਦ ਚੋਂ ਕਿਹਾ ਕਿ ਉਹਨਾਂ ਦੀ ਜਿਹੜੀਆਂ ਲੋਕ ਸਭਾ ਦੇ ਵਿੱਚ ਸੀਗਾ UP ਦੇ ਵਿੱਚੋਂ 80 ਸੀਟਾਂ BJP ਲੈ ਗਈ। ਸੋ ਉਹ ਕਹਿ ਰਹੇ ਆ ਕਿ ਲੋਕਾਂ ਦੇ ਵਿੱਚ ਆਲਰੇਡੀ ਯੋਗੀ ਆਦਿੱਤਿਆਨਾਥ ਦੀ ਐਕਸੈਪਟੈਂਸ ਹੈ। ਆਉਣ ਵਾਲਾ ਸਮਾਂ ਇੱਧਰ ਨੂੰ ਕਿੱਧਰ ਨੂੰ ਸਾਨੂੰ ਦਿਨ ਦਿਖਾਏਗਾ, ਉਹ ਵੀ ਅੱਗੇ ਦੇਖਣ ਵਾਲੀ ਗੱਲ ਹੀ ਹੈ। ਜੀ ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਕੱਲ ਫੇਰ ਗੱਲਬਾਤ ਹੋਏਗੀ। ਬਹੁਤ ਬਹੁਤ ਸ਼ੁਕਰੀਆ ਜੀ।